श्री वाहिगुरु साहिब जी। तू मेरो मेर पर्बत स्वामी, ओट गही मैं तेरी। ना तुम डोलो ना हम गिरते, रख लीनी हर मेरी। ज्ञान अंजन गुर दिया, अज्ञान अंधेर विनाश। हर कृपा ते संत भेटिया, नानक मन परगास। संत जना मिल संगति, गुरमुख तीरथ होए। 68 तीरथ मज्जना, गुर दर्श प्राप्त होए। परम सत्कारयोग सतगुरां दी साजी अते नवाजी हुई गुरु रूप साध संगत जी। सच्चे पातशाह ने कृपा करके बख्शिश करके संध्या समय महान तपस्वी परम पूजनीक राजे जोगी संत बाबा चेतन दास जी महाराज दे पावन पवित्र अस्थानां ते संध्या समय जो लड़ीवार श्री गुरु ग्रंथ साहिब पातशाह जी दी अमृतमयी बाणी दी विचार आरंभ है। सत्संगत दीयां घड़ियां दी प्राप्ति हो रही है। बाणी दा वचन है, धन सो बेला घड़ी धन, धन मूरत पल सार। धन सो दिन संजोगड़ा जित डिठा गुर दरसार। गुरु पातशाह कहंदे जेड़े घड़ी विच तैनूं वाहिगुरू याद आवे ना, जिस घड़ी विच परमात्मा परमेश्वर याद आवे, उस घड़ी वर्गा दूजा पवित्र समा नहीं है। परमात्मा की प्राप्ति जिस समय विच वाहिगुरू दे नाल जुड़िया जावे, वो समझ लेना मैनू परमात्मा प्राप्त हो गया जद सतसंगत की प्राप्ति होवे। क्योंकि बाणी का वचन है, ब्रह्म मैं जन जन मैं पार ब्रह्म। परमात्मा साडे अंदर ही है, पर उन्हों प्राप्त किस तरह किया जावे, बाहर प्रगट किमें किया जावे। जिमें लकड़ दे विच अग हुंदी है, उन्हों बाहर प्रगट करन वास्ते बाहरों तीली लाउणी पैंदी है। उसे तरह जो अकाल पुरख वाहिगुरू परमेश्वर बंदे दे अंदर है, उन्हों बाहर प्रगट करन वास्ते गुरमुखो सतसंगत की लोड़ है। सतसंगत विचों दी प्राप्ति हुंदी है। महापुरुषां ने कृपा की है, असीस बख्शी है कि हर रोज़ ही आपां एक पावन शब्द की विचार करते हाँ। सो आओ अज दे पवित्र विचार नाल शब्द नाल जुड़ना करिए। सामाई भाई पहला गुरचरणां दा ध्यान धरो, गुरु जी की फतेह बुलाओ, प्यार नाल आखो वाहिगुरू जी का खालसा वाहिगुरू जी की फतेह।
ਸਤਨਾਮ ਸ੍ਰੀ ਵਾਹਿਗੁਰੂ ਜੀ। ਸ਼ਲੋਕ ਦਸ ਹੈ ਏਕ ਨਿਹਾਰਿਆ, ਸਭ ਕਛ ਦੇਵਨਹਾਰ। ਸਾਸ ਸਾਸ ਸਿਮਰਤ ਰਹੇ, ਨਾਨਕ ਦਰਸ਼ ਆਧਾਰ। ਪੌੜੀ। ਦੱਦਾ ਦਾਤਾ ਏਕ ਹੈ, ਸਭ ਕਉ ਦੇਵਨਹਾਰ। ਦੇਂਦੇ ਟੋਟ ਨਾ ਆਵਈ, ਅਗੰਤ ਭਰੇ ਭੰਡਾਰ। ਦਇਨਹਾਰ ਸਦ ਜੀਵਨ ਹਾਰਾ, ਮਨ ਮੂਰਖ ਕਿਉ ਤਾਹੇ ਵਿਸਾਰਾ। ਦੋਸ਼ ਨਾਹੀ ਕਾਹੂ ਕਉ ਮੀਤਾ, ਮਾਇਆ ਮੋਹ ਬੰਧ ਪ੍ਰਭ ਕੀਤਾ। ਦਰਦ ਨਿਵਾਰਹਿ ਜਾ ਕੇ ਆਪੇ, ਨਾਨਕ ਤੇ ਤੇ ਗੁਰਮੁਖ ਤ੍ਰਾਪੇ। ਦਰਦ ਨਿਵਾਰਹਿ ਜਾ ਕੇ ਆਪੇ, ਨਾਨਕ ਤੇ ਤੇ ਗੁਰਮੁਖ ਤ੍ਰਾਪੇ। ਇਹ ਜੋ ਪਾਵਨ ਪਵਿੱਤਰ ਬਚਨ ਹੈ, ਇਸ ਬਚਨ ਅੰਦਰ ਗੁਰਮੁਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਦਾ ਪੰਜਵਾਂ ਸਰੂਪ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਚਨ ਕਰਕੇ ਸਮਝਾਉਂਦੇ ਨੇ। ਇਹ ਸ੍ਰੀ 52 ਅੱਖਰੀ ਦਾ 34ਵਾਂ ਸ਼ਲੋਕ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਗ 257 ਤੇ ਸੁਭਾਏਮਾਨ ਨੇ। ਜਿਵੇਂ ਹਰ ਰੋਜ਼ ਇੱਕ ਬਚਨ ਵਿੱਚ ਆਪਾਂ ਨੂੰ ਇੱਕ ਉਪਦੇਸ਼ ਪ੍ਰਾਪਤ ਹੁੰਦਾ ਨਾ ਰੋਜ਼, ਅੱਜ ਦੇ ਬਚਨ ਵਿੱਚ ਜਿਹੜਾ ਉਪਦੇਸ਼ ਮਿਲ ਰਿਹਾ ਹੈ, ਜਿਵੇਂ ਕੱਲ ਆਪਾਂ ਸਰਵਣ ਕੀਤਾ ਨਾਮ ਦੀ ਉਪਦੇਸ਼ ਕਿ ਨਾਮ ਕਿੰਨਾ ਜ਼ਰੂਰੀ ਹੈ, ਨਾਮ ਕਿੰਨਾ ਜ਼ਰੂਰੀ ਹੈ ਜਪਣਾ। ਅੱਜ ਦੇ ਪਾਵਨ ਬਚਨ ਵਿੱਚ ਸਤਿਗੁਰ ਕਹਿੰਦੇ ਭਰੋਸਾ ਰੱਖਣਾ ਵੀ ਬਹੁਤ ਜ਼ਰੂਰੀ ਹੈ। ਕਈ ਵਾਰ ਇਹ ਹੁੰਦਾ ਅਸੀਂ ਜਪਦੇ ਵੀ ਹਾਂ, ਅਸੀਂ ਬਾਣੀ ਵੀ ਪੜ੍ਹਦੇ ਹਾਂ, ਅਸੀਂ ਸੇਵਾ ਵੀ ਕਰਦੇ ਹਾਂ, ਸਿਮਰਨ ਵੀ ਕਰਦੇ ਹਾਂ, ਪਰ ਗੁਰਮੁਖੋ ਸਾਤੋਂ ਭਰੋਸਾ ਨਹੀਂ ਰੱਖਿਆ ਜਾਂਦਾ। ਪੱਕਾ ਭਰੋਸਾ ਡੋਲ ਜਾਂਦਾ, ਮਨ ਡੋਲ ਜਾਂਦਾ। ਅੱਜ ਦੇ ਵਚਨ 'ਚ ਸਤਿਗੁਰ ਕਹਿੰਦੇ ਭਰੋਸਾ ਰੱਖਣਾ। ਜਿਵੇਂ ਵਚਨ ਹੈ ਦਾਸੈ ਏਕ ਨਿਹਾਰਿਆ, ਸਭ ਕਛ ਦੇਵਨਹਾਰ। ਜਿਹੜੇ ਸੇਵਕ ਨੇ ਨਾ, ਜਿਹੜੇ ਭਗਵਾਨ ਦੇ ਪਿਆਰੇ ਨੇ, ਰੱਬ ਦੇ ਪਿਆਰੇ ਨੇ, ਉਹ ਇੱਕ ਭਰੋਸਾ ਰੱਖਦੇ ਨੇ ਕਿ ਸਾਨੂੰ ਰੱਖਣ ਵਾਲਾ ਵਾਹਿਗੁਰੂ ਹੈਗਾ। ਤੇ ਜਦ ਭਰੋਸਾ ਇੱਕ ਤੇ ਬਣ ਜੇ ਹੈ ਤਾਂ ਉਹੀ ਸਭ ਕੁਛ ਉਹਦੇ ਨਾਮ ਵੱਖਰੇ ਵੱਖਰੇ ਨੇ। ਵੱਖਰੇ ਵੱਖਰੇ ਨਾਮਾਂ ਨਾਲ ਦੁਨੀਆ ਉਹਨੂੰ ਯਾਦ ਕਰਦੀ ਹੈ। ਕੋਈ ਰਾਮ ਕਹਿੰਦਾ, ਕੋਈ ਕ੍ਰਿਸ਼ਨ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਰਾਮ ਕਹਿੰਦਾ, ਪਰ ਅੱਜ ਤੱਕ ਉਹਦਾ ਅਸਲੀ ਨਾਮ ਨਹੀਂ ਕਿਸੇ ਨੂੰ ਪਤਾ ਲੱਗਿਆ ਕਿ ਅਸਲੀ ਨਾਮ ਕੀ ਹੈ। ਕਿਉਂਕਿ ਜਿਹੜਾ ਨਾਮ ਹੁੰਦਾ ਹੈ ਨਾ, ਉਹ ਆਕਾਰ ਵਾਲਿਆਂ ਦਾ ਹੁੰਦਾ, ਵਾਹਿਗੁਰੂ ਦਾ ਕੋਈ ਆਕਾਰ ਨਹੀਂ ਹੈ।
ਉਹ ਨਿਰਾਕਾਰ ਹੈ ਪ੍ਰਮਾਤਮਾ। ਪਰਮੇਸ਼ਵਰ ਨਿਰਾਕਾਰ ਹੈ ਤੇ ਨਿਰਾਕਾਰ ਦਾ ਕੋਈ ਨਾਮ ਨਹੀਂ। ਇਸੇ ਕਰਕੇ ਬਾਣੀ ਦਾ ਵਚਨ ਹੈ, ਤੇਰੇ ਨਾਮ ਅਨੇਕ ਅਨੰਤਾ। ਕਿੰਨੇ ਕੁ ਨਾਮ ਨੇ ਭਲਾ ਅਕਾਲ ਪੁਰਖ ਦੇ? ਸਾਡੇ ਕੋਲ ਤਾਂ ਇੱਕ ਇੱਕ ਜੀਵ ਹੈ ਨਾ। ਸ਼ੇਸ਼ ਨਾਗ ਦੇ ਹਜ਼ਾਰਾਂ ਫਣ ਲੱਗੇ ਨੇ, ਹਜ਼ਾਰਾਂ ਫਣ। ਔਰ ਹਰ ਰੋਜ਼ ਉਹ ਨਿਤ ਨਵਾਂ ਲੋ ਲੈਂਦਾ ਵਾਹਿਗੁਰੂ ਦਾ। ਕਿਤੇ ਗੋਬਿੰਦ ਦਾ ਨਾਮ ਜਪਦਾ, ਕਿਤੇ ਜਗਦੀਸ਼ਵਰ ਕਹਿ ਕੇ ਜਪਦਾ, ਕਿਤੇ ਰਾਮ ਕਹਿ ਕੇ ਜਪਦਾ, ਕਿਤੇ ਮਾਧਵ ਕਹਿ ਕੇ ਜਪਦਾ, ਕਿਤੇ ਕੇਸ਼ਵ ਕਹਿ ਕੇ ਜਪਦਾ। ਰੋਜ਼ ਨਵਾਂ ਨਾਮ ਲੈਂਦਾ ਸ਼ੇਸ਼ਨਾਗ। ਔਰ ਇੱਕ ਮੁਖ ਨਹੀਂ, ਹਜ਼ਾਰਾਂ ਮੁਖ ਹੈ, ਹਜ਼ਾਰ ਮੁਖ। ਨਾਮ तो अनेक है हजार मुख शेष है, मेरे तो मुख एक है, कैसे गुण गाइए। अपने कोले तो एक एक जीव दिती है ना, ओदे अनेक गुण ने। रसना एक है ते उस्तति अनेक है, नाम अनेक ने। सहस फणी शेख अंत ना जाने। ਅਜੇ ਤੱਕ ਵਾਹਿਗੁਰੂ ਦੇ ਨਾਮਾਂ ਦਾ ਪਾਰਾਵਾਰ ਸ਼ੇਸ਼ਨਾਗ ਤੋਂ ਵੀ ਪਾਇਆ ਨਹੀਂ ਗਿਆ। ਤੇ ਸਾਡੇ ਕੋਲ ਇੱਕ ਇੱਕ ਜੀਵ ਹੈ। ਦੁਨੀਆ ਵਾਲਿਆਂ ਕੋਲ ਜਿੰਨੀ ਕੁ ਵਡਿਆਈ ਵਾਹਿਗੁਰੂ ਕਰਾ ਲੈਂਦਾ ਆਪਾਂ ਕਰ ਲੈਂਦੇ ਹਾਂ। ਉਸ ਅਕਾਲ ਪੁਰਖ ਦਾ ਨਾਮ ਅਨੇਕ ਤੇ ਉਹ ਇੱਕ। ਦਸਵੇਂ ਪਾਤਸ਼ਾਹ ਜੀ ਦਾ ਵਚਨ ਹੈ ਜਾਪ ਸਾਹਿਬ ਵਿੱਚ, अनाम हैं अठाम हैं अनेक हैं फिर एक हैं। ऐ वाहिगुरू तू अनेक होके भी एक है ते एक होके भी अनेक है। तेरे नाम ते दुनिया दे जिन्ने थाने बने ने अठाम है। हुण परमात्मा तां एक है, उस एक दे उत्ते भरोसा करना बड़ा औखा है। जिन्ना चिर गुरमुखो भरोसा ना बने, कीता होया जप, कीता होया तप, मिलिया होया ज्ञान, लग्या होया ध्यान, सब व्यर्थ हो जाता है। जिन्ना चिर भरोसा ना बने, विश्वास ना बनिया परमात्मा ते। महाराज कहंदे सेवक दा भरोसा एक चाहिदा है, ਉਹ ਇਹ ਦੇਖੇ ਕਿ ਮੈਨੂੰ ਦੇਖ ਰੱਖਣ ਵਾਲਾ ਵਾਹਿਗੁਰੂ ਹੈਗਾ। ਦਾਸੈ ਏਕ ਨਿਹਾਰਿਆ ਸਭ ਕਿਛ ਦੇਵਨਹਾਰ। ਸਾਸ ਸਾਸ ਸਿਮਰਤ ਰਹੇ ਨਾਨਕ ਦਰਸ਼ ਆਧਾਰ। ਉਹਨੂੰ ਸਵਾਸ ਸਵਾਸ ਸਿਮਰੇ, ਆਪਣੇ ਮਨ ਵਿੱਚ ਉਹਦੇ ਨਾਮ ਦਾ, ਉਹਦੇ ਦਰਸ਼ਨਾਂ ਦਾ ਆਧਾਰ ਬਣਾ ਕੇ ਰੱਖੇ। ਜਿੰਨਾ ਚਿਰ ਵਾਹਿਗੁਰੂ ਦੇ ਨਾਮ ਦਾ ਆਧਾਰ ਨਾ ਬਣੇ ਪਰਮੇਸ਼ਰ ਦੇ, ਉਹਨਾਂ ਚਿਰ ਭੁੱਖਾਂ ਨਹੀਂ ਮਿਟਦੀਆਂ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਸਾਰੀਆਂ ਭੁੱਖਾਂ ਨੂੰ ਗਵਾਉਣ ਵਾਲਾ ਤਾਂ ਰੱਬ ਦਾ ਨਾਮ ਹੈ, ਪਰਮੇਸ਼ਰ ਦਾ। ਪਰ ਉਹ ਉਦੋਂ ਫਲਦਾ ਜਦ ਉਹਦੇ ਤੇ ਮਨ ਖੜ ਜੇ। ਜੇ 5 ਵਾਰ ਵਾਹਿਗੁਰੂ ਕਹਿ ਕੇ ਦੇਖਿਆ, 5 ਵਾਰ ਫਿਰ ਰਾਮ ਰਾਮ ਕਿਹਾ, ਹੈ ਤਾਂ ਉਹ ਇੱਕੋ ਹੀ, ਕੋਈ ਫਰਕ ਨਹੀਂ। ਗੱਲ ਇੰਨੀ ਕਹਿ ਕੇ ਤੈਨੂੰ ਜਦ ਵਾਹਿਗੁਰੂ ਤੇ ਭਰੋਸਾ ਨਹੀਂ, ਰਾਮ ਕਹੇ ਤੋਂ ਵੀ ਤੇਰਾ ਕੁਛ ਨਹੀਂ ਬਣਨਾ। ਸਾਡੇ ਦੁਨੀਆ ਦੇ ਲੋਕਾਂ ਨੂੰ ਭਰੋਸੇ ਦੀ ਬਹੁਤ ਕਮੀ ਮਾਰਦੀ ਹੈ। ਸਿੱਖ ਜਗਤ ਵਿੱਚ ਇਹ ਚੀਜ਼ ਦੀ ਬਹੁਤ ਘਾਟ ਰਹੀ ਹੈ। ਅਸੀਂ ਗੁਰੂ ਦੇ ਨਾਂ 'ਤੇ ਲੜੇ ਬਥੇਰਾ, ਗੁਰੂ ਦੇ ਨਾਂ 'ਤੇ ਝਗੜਦੇ ਬਹੁਤ ਨੇ। ਸਾਡਾ ਗੁਰੂ ਵੱਡਾ ਹੈ,
ਗੁਰੂ ਸਾਰੇ ਵੱਡੇ ਹੁੰਦੇ ਨੇ, ਧਰਮ ਸਾਰੇ ਸਤਿਕਾਰਯੋਗ ਨੇ, ਪੂਜਣਯੋਗ ਨੇ, ਸਤਿਕਾਰ ਕਰਨਾ ਚਾਹੀਦਾ। ਪਰ ਸਾਡੇ ਮਨ ਵਿੱਚ ਇੱਕ ਲੱਗੀ ਹੋਈ ਹੈ ਕਿ ਮੇਰੇ ਗੁਰੂ ਨੂੰ ਵੱਡਾ ਕਹੋ, ਬਸ ਮੇਰਾ ਧਰਮ ਵੱਡਾ ਹੈ, ਮੈਂ ਵੱਡਾ ਤੇ ਮੇਰਾ ਗੁਰੂ ਵੱਡਾ ਹੈ। ਗੁਰੂ ਦੇ ਨਾਮ ਤੇ ਅਸੀਂ ਬੜਾ ਕੁਛ ਬਣਾਤਾ, ਕੋਈ ਕੱਚ ਨਹੀਂ ਛੱਡੀ। ਕਾਲਜ ਗੁਰੂ ਦੇ ਨਾਂ ਤੇ, ਸਕੂਲ ਗੁਰੂਆਂ ਦੇ ਨਾਂ ਤੇ, ਬੜੇ ਵੱਡੀਆਂ ਇਮਾਰਤਾਂ ਗੁਰੂਆਂ ਦੇ ਨਾਂ ਤੇ, ਬੜੇ ਵੱਡੇ ਧਰਮ ਸਥਾਨ ਗੁਰੂਆਂ ਦੇ ਨਾਂ ਤੇ, ਇੱਥੋਂ ਤੱਕ ਅਸੀਂ ਦੁਕਾਨਾਂ ਦੇ ਨਾਮ ਵੀ ਗੁਰੂਆਂ ਦੇ ਨਾਂ ਤੇ ਰੱਖੇ ਨੇ। ਸਾਨੂੰ ਸਤਿਕਾਰ ਬਹੁਤ ਹੈ, ਪਰ ਭਰੋਸਾ ਸਾਨੂੰ ਗੁਰੂ ਤੇ ਹੈ ਨਹੀਂ। ਬਿੰਦ 'ਚ ਟੁੱਟ ਜਾਂਦਾ ਸਾਡਾ ਵਿਸ਼ਵਾਸ, ਕੱਚਾ ਹੈ। ਮਹਾਰਾਜ ਕਹਿੰਦੇ ਨੇ ਤੂੰ ਉਹਦੇ ਤੇ ਭਰੋਸਾ ਤਾਂ ਕਰਕੇ ਦੇਖ, ਉਹਨੂੰ ਸਵਾਸ ਸਵਾਸ ਯਾਦ ਤਾਂ ਕਰ, ਤੇਰਾ ਆਧਾਰ ਆਪੇ ਬਣੂਗਾ। ਹੁਣ ਅਗਲਾ ਬਚਨ ਸਤਿਗੁਰ ਕਹਿੰਦੇ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵਈ ਅਗੰਤ ਭਰੇ ਭੰਡਾਰ। ਉਹ ਸਾਰਿਆਂ ਨੂੰ ਦਿੰਦਾ ਹੈ ਤੇ ਤੈਨੂੰ ਕਿਉਂ ਨਹੀਂ ਦੇਊਗਾ? ਸਭ ਕੋ ਦੇਵਨਹਾਰ ਹੈ ਨਾ। ਇੱਥੇ ਗਿਣਤੀ ਦਾ ਤਾਂ ਬਚਨ ਹੀ ਨਹੀਂ ਰਿਹਾ ਵੀ ਇੱਕ ਨੂੰ ਦੇਣਹਾਰ ਹੈ ਕਿ ਦੋ ਨੂੰ ਦੇਵਨਹਾਰ ਹੈ। ਸਭ ਕੋ ਦੇਵਨਹਾਰ, ਸਾਰਿਆਂ ਨੂੰ ਦਾਤਾਂ ਬਖਸ਼ਦਾ। ਔਰ ਇਹ ਵੀ ਨਹੀਂ ਹੈ ਕਿ ਉਹਦੇ ਘਰੇ ਕੋਈ ਤੋੜਾ ਵੀ ਮੁੱਕ ਜੂਗੀ ਚੀਜ਼। ਜਦੋਂ ਕੋਈ ਦੁਨੀਆ ਵਾਲਾ ਕੋਈ ਚੀਜ਼ ਵੰਡਦਾ ਹੋਵੇ, ਉੱਥੇ ਤਾਂ ਲੋਕਾਂ ਨੂੰ ਕਾਹਲ ਹੁੰਦੀ ਹੈ ਕਿਤੇ ਮੇਰੀ ਵਾਰੀ ਨੂੰ ਮੁੱਕ ਨਾ ਜਾਵੇ। ਰੱਬ ਦੇ ਭੰਡਾਰਿਆਂ 'ਚ ਤੋਟ ਨਹੀਂ ਹੈ, ਦੇਂਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ, ਜਿਹੜੇ ਗਿਣਤੀ ਵਿੱਚ ਵੀ ਨਹੀਂ ਆ ਸਕਦੇ, ਐਡੇ ਐਡੇ ਭੰਡਾਰੇ ਭਰੇ ਵੇ ਨੇ ਰੱਬ ਦੇ। ਪਰ ਪ੍ਰਾਪਤੀ ਕਦੋਂ ਹੋਊਗੀ? ਜਦ ਭਰੋਸਾ ਹੋਊਗਾ। ਗੱਲ ਉੱਥੇ ਹੀ ਆ ਗਈ ਮੁੜ ਕੇ। ਬੰਦਾ ਬੇਸ਼ੱਕ ਭੁੱਲ ਵੀ ਜਾਵੇ ਪਰ ਪ੍ਰਮਾਤਮਾ ਨਹੀਂ ਭੁੱਲਦਾ। ਜਿਵੇਂ ਵਚਨ ਹੈ ਨਾ ਬਾਣੀ ਦਾ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਇਸੇ ਗੱਲ ਨੂੰ ਸ਼੍ਰੀ ਕ੍ਰਿਸ਼ਨ ਜੀ ਨੇ ਗੀਤਾ ਵਿੱਚ ਲਿਖਿਆ। ਸ਼੍ਰੀ ਕ੍ਰਿਸ਼ਨ ਕਹਿੰਦੇ, ਯੋਗ ਸ਼ੇਮੰ ਬਹਾਮੇ ਹਮ। ਐ ਅਰਜਨ, ਆਪਣੇ ਭਗਤਾਂ ਦੀ, ਆਪਣੇ ਪਿਆਰਿਆਂ ਦੀ, ਆਪਣੇ ਸੇਵਕਾਂ ਦੀ, ਆਪਣੇ ਸੰਤਾਂ ਦੀ, ਆਪਣੇ ਸਾਧੂ ਜਨਾਂ ਦੀ ਮੈਂ ਆਪ ਪ੍ਰਤੀਪਾਲਣਾ ਕਰਦਾ। ਫਿਕਰ ਨਹੀਂ ਕਰਨ ਦੀ ਲੋੜ, ਮੈਂ ਆਪ ਪਾਲਣ ਪੋਸ਼ਣ ਕਰਦਾ। ਪਰ ਮੇਰੇ ਤੇ ਮਨ ਖੜਾਉਣਾ ਔਖਾ ਹੈ। ਮੇਰੇ ਤੇ ਵਿਸ਼ਵਾਸ ਹਰੇਕ ਦਾ ਨਹੀਂ ਟਿਕਦਾ, ਮਨ ਨਹੀਂ ਟਿਕਦਾ। ਭਰੋਸਾ ਡੋਲ ਜਾਂਦਾ ਸਾਡਾ ਦੁਨੀਆ ਵਾਲਿਆਂ ਦਾ ਜਦੋਂ ਪ੍ਰਮਾਤਮਾ ਦਾ ਪੇਪਰ ਪੈਂਦਾ। ਜਿਵੇਂ ਇੱਕ ਵਿਦਵਾਨ ਨੇ ਇੱਕ ਬੜੀ ਸੁੰਦਰ ਕਥਾ ਲਿਖੀ ਹੈ। ਉਹ ਕਹਿੰਦਾ ਇੱਕ ਬਹੁਤ ਵਿਦਵਾਨ ਬ੍ਰਾਹਮਣ ਸੀ। 4 ਵਰਨ ਨੇ ਨਾ। ਬ੍ਰਾਹਮਣ ਉਸਨੂੰ ਕਿਹਾ ਜਾਂਦਾ ਹੈ ਜਿਹਦੀ ਸੁਰਤ ਬ੍ਰਹਮ ਤੱਕ ਪਹੁੰਚੀ ਹੋਵੇ, ਪਰਮਾਤਮਾ ਤੱਕ ਪਹੁੰਚਿਆ ਹੋਇਆ। ਅਰ ਖਟ ਕਰਮ ਨੇ ਬ੍ਰਾਹਮਣ ਦੇ, ਨਾਮ ਜਪਣਾ ਤੇ ਜਪਾਉਣਾ, ਵਿਦਿਆ ਪੜ੍ਹਨੀ ਤੇ ਪੜ੍ਹਾਉਣੀ, ਸੇਵਾ ਕਰਨੀ ਤੇ ਕਰਾਉਣੀ। ਇਹ 6 ਕਰਮ ਬ੍ਰਾਹਮਣ ਦੇ ਨੇ। ਉਹ ਬੜਾ ਵਿਦਵਾਨ ਬ੍ਰਾਹਮਣ ਸੀ। ਹਰ ਰੋਜ਼ ਸ਼੍ਰੀ ਗੀਤਾ ਜੀ ਦੇ ਇੱਕ ਅਧਿਆਏ ਦਾ ਪਾਠ ਕਰਦਾ ਹੁੰਦਾ। ਅਰ ਪੜ੍ਹਦੇ ਪੜ੍ਹਦੇ ਉਹਨੇ ਜਦ ਸ਼ਲੋਕ ਪੜ੍ਹਿਆ, ਯੋਗ ਗਸ਼ੇਮੰ ਬਹਾਮੇ ਹਮ, ਪ੍ਰਮਾਤਮਾ ਆਪਣੇ ਭਗਤਾਂ ਦੀ ਰਕਸ਼ਾ ਆਪ ਕਰਦਾ।
परमात्मा अपने प्यारिਆਂ ਦੀ प्रतिपालना आप करदा, ਉਹਦੇ ਮਨ 'ਚ ਵਸ ਗਈ ਗੱਲ। ਔਰ ਜੀਵਨ ਦੇ ਵਿੱਚ ਇੱਕ ਗੱਲ ਦਾ ਸੰਤੋਖ ਆ ਗਿਆ, ਕਹਿਣ ਲੱਗਿਆ ਮੈਂ ਅੱਜ ਤੋਂ ਕਿਸੇ ਤੋਂ ਮੰਗ ਕੇ ਪੈਸਾ ਨਹੀਂ ਲੈਣਾ। ਜੋ ਵੀ ਮੈਂ ਕਰਮ ਕਾਂਡ ਅਨੁਸ਼ਠਾਨ ਕਰਵਾਉਣਾ, ਇਹਦੀ ਮਾਇਆ ਮੈਂ ਮੰਗ ਕੇ ਨਹੀਂ ਲੈਣੀ। ਜੋ ਕੋਈ ਦੇ ਦੇ ਠੀਕ ਹੈ, ਨਹੀਂ ਦੇ ਦੇ ਤਾਂ ਵੀ ਠੀਕ ਹੈ, ਆਪੇ ਭਗਵਾਨ ਮੇਰੀ ਪ੍ਰਤੀਪਾਲਣਾ ਕਰਨਗੇ। ਮਨ ਟਿਕ ਗਿਆ। ਔਰ ਬਹੁਤ ਸਮੇਂ ਤੱਕ ਉਹਨੇ ਕਿਸੇ ਤੋਂ ਕੋਈ ਮਾਇਆ ਪਦਾਰਥ ਪ੍ਰਸ਼ਾਰਥ ਨਹੀਂ ਲਿਆ। ਜਿਹੜੇ ਉਹਦੇ ਨਾਲ ਦੋ ਭਰਾ ਉਹਦੇ ਹੋਰ ਸੀ, ਉਹ ਚੰਗੀ ਦਾਨ ਦਕਸ਼ਣਾ ਲਿਆਇਆ ਕਰਨ ਮੰਗ ਕੇ ਮਾਇਆ, ਤੇ ਉਹ ਖਾਲੀ ਹੱਥ ਆ ਜਾਇਆ ਕਰੇ। ਜਜਮਾਨ ਨੇ ਕੁਛ ਦੇ ਦਿੱਤਾ ਤਾਂ ਠੀਕ ਹੈ, ਨਹੀਂ ਦਿੱਤਾ ਤੇ ਮੰਗਿਆ ਨਹੀਂ। ਇਹ ਬਾਹਲਾ ਚਿਰ ਨਹੀਂ ਚੱਲਦਾ ਹੁੰਦਾ ਇਸ ਤਰ੍ਹਾਂ ਦਾ ਕੰਮ, ਥੋੜ੍ਹਾ ਜਿਹਾ ਚਿਰੇ, ਕਿਉਂਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਭਾਈ ਸੰਸਾਰੀ ਬਿਰਤੀ ਦੇ ਸੀ, ਕਹਿੰਦੇ ਸੀ ਘਰ ਜੋੜੋ, ਆਪਾਂ ਆਪਣਾ ਕੰਮ ਕਰਦੇ ਹਾਂ, ਮਾਇਆ ਲਓ। ਉਹ ਹੁਣ ਸੰਸਾਰੀ ਨਹੀਂ ਰਿਹਾ, ਉਹ ਪਰਮਾਤਮਾ ਦਾ ਭਗਤ ਬਣ ਗਿਆ। ਉਹ ਕਹਿੰਦੇ ਹੁਣ ਲੈਣੀ ਦੁਨੀਆ ਤੋਂ ਕੁਛ ਨਹੀਂ, ਜੋ ਕੁਛ ਹੈ ਭਗਵਾਨ ਦੇਣਗੇ ਆਪੇ। ਭਗਤ ਬਣ ਗਿਆ, ਨਹੀਂ ਮੰਗਣਾ ਕਿਸੇ ਤੋਂ ਕੁਛ। ਤੇ ਥੋੜਾ ਸਮਾਂ ਭਾਈਆਂ ਨੇ ਦੇਖਿਆ ਇਹ ਤੋਂ ਲਿਆਉਂਦਾ ਕੁਛ ਨਹੀਂ, ਖਰਚਾ ਆਪਣੇ ਖਰਚੇ 'ਚੋਂ ਚੱਲਦਾ ਘਰ ਦਾ। ਉਹਨਾਂ ਨੇ ਵੱਡੇ ਭਾਈ ਨੂੰ ਵਿਚਾਲੇ ਬਹਾ ਲਿਆ। ਇੱਕ ਦਿਨ 5-4 ਪਤਵੰਤ ਤੇ ਪੰਚਾਇਤ ਇਕੱਠੀ ਕਰ ਲਈ। ਕਹਿਣ ਲੱਗੇ ਦੇਖੋ ਇਹ ਸਾਡਾ ਵੱਡਾ ਭਾਈ ਹੈ, ਅਸੀਂ ਇਹਦਾ ਸਤਿਕਾਰ ਕਰਦੇ ਹਾਂ, ਪਰ ਇਹ ਤੋਂ ਲਿਆਉਂਦਾ ਕੁਛ ਨਹੀਂ, ਤੇ ਪਰਿਵਾਰ ਦਾ ਇਕੱਠੇ ਹੋਣ ਕਰਕੇ ਪਾਲਣ ਪੋਸ਼ਣ ਸਾਡੀ ਮਾਇਆ 'ਚੋਂ ਹੁੰਦਾ। ਹੁਣ ਇਹਦੀ ਸਾਡੇ ਨਾਲ ਨਹੀਂ ਨਿਭਣੀ, ਛੱਡ ਦਿੰਦੀ ਹੈ ਦੁਨੀਆ। ਇੱਕ ਮਹਾਨ ਵਿਦਵਾਨ ਹੋਇਆ ਜਿਹਦਾ ਅੱਜ ਜਨਮ ਦਿਨ ਹੈ, ਡਾਕਟਰ ਰਾਧਾ ਕ੍ਰਿਸ਼ਨਨ। ਅੱਜ ਦੇ ਦਿਨ ਨੂੰ ਅਧਿਆਪਕ ਦਾ ਡੇ ਕਹਿੰਦੇ ਨੇ, ਟੀਚਰ ਡੇ ਅੰਗਰੇਜ਼ੀ ਵਿੱਚ, ਅਧਿਆਪਕ ਦਿਵਸ। ਔਰ ਅੱਜ ਦਾ ਦਿਨ ਜਨਮ ਦਿਨ ਹੈ ਡਾਕਟਰ ਰਾਧਾ ਕ੍ਰਿਸ਼ਨਨ ਦਾ। ਬਹੁਤ ਵੱਡਾ ਵਿਦਵਾਨ ਸੀ, ਆਕਸਫੋਰਡ ਪੜ੍ਹਾਉਣ ਆਉਂਦਾ ਰਿਹਾ। ਉਹ ਹੈਲੀਕਾਪਟਰ 'ਤੇ ਦੁਨੀਆ ਦਾ ਪਹਿਲਾ ਮਾਸਟਰ ਹੋਇਆ ਜਿਹੜਾ ਜਹਾਜ਼ 'ਤੇ ਪੜ੍ਹਾਉਣ ਆਉਂਦਾ ਸੀ, ਆਕਸਫੋਰਡ ਯੂਨੀਵਰਸਿਟੀ 'ਚ। ਔਰ ਜਦੋਂ ਉਹਨੂੰ ਹਿੰਦੁਸਤਾਨ ਲੈਣ ਕੇ ਆਉਣ ਵਾਸਤੇ ਗਏ ਨਾ ਇੱਥੋਂ ਸਾਡੇ ਹਿੰਦੁਸਤਾਨ ਦੇ ਲੋਕ, ਉਹਨੇ ਇਹ ਕਹਿ ਕੇ ਜਵਾਬ ਦੇਤਾ ਬਈ ਮੈਂ ਹਿੰਦੁਸਤਾਨ ਨਹੀਂ ਜਾਊਂਗਾ, ਹਿੰਦੁਸਤਾਨ ਦੇ ਲੋਕਾਂ ਨੂੰ ਵਿਦਵਾਨ ਦੀ ਕਦਰ ਨਹੀਂ ਹੈ, ਉੱਥੇ ਕਦਰ ਨਹੀਂ ਕਰਦੇ ਪੜ੍ਹੇ ਲਿਖੇ ਵਿਦਵਾਨ ਦੀ। ਸਾਰੇ ਵਾਪਸ ਮੋੜ ਦਿੱਤੇ ਸੀ ਡਾਕਟਰ ਰਾਧਾ ਕ੍ਰਿਸ਼ਨਨ ਨੇ। ਫਿਰ ਪੰਡਿਤ ਮਦਨ ਮੋਹਨ ਮਾਲਵੀਆ ਜੀ ਗਏ, ਜਿਨ੍ਹਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਬਣਾਈ ਹੈ। ਪੰਡਿਤ ਮਦਨ ਮੋਹਨ ਮਾਲਵੀਆ ਜੀ, ਬਹੁਤ ਵੱਡੀ ਯੂਨੀਵਰਸਿਟੀ ਹੈ, ਸੰਸਕ੍ਰਿਤ ਯੂਨੀਵਰਸਿਟੀ ਬਨਾਰਸ। ਔਰ ਉਸ ਯੂਨੀਵਰਸਿਟੀ ਦੀ ਨਿਉ ਤੁਹਾਨੂੰ ਪਤਾ ਕਿਹਨੇ ਰੱਖੀ? ਸਾਡੇ ਇਲਾਕੇ ਦੇ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਸਾਹਿਬ ਵਾਲਿਆਂ ਨੇ ਇੱਥੋਂ ਲੈ ਕੇ ਗਿਆ ਸੀ ਪੰਡਿਤ ਮਦਨ ਮੋਹਨ ਮਾਲਵੀਆ। ਦਿੱਲੀ ਉਹਨੇ ਭਾਰਤ ਦੇ ਬਹੁਤ ਸੰਤਾਂ ਦੇ ਦਰਸ਼ਨ ਕੀਤੇ ਸੀ। ਦਿੱਲੀ ਇੱਕ ਇਕੱਠ ਹੋਇਆ ਸੀ ਜਾਂ ਲਾਰਡ ਜਾਰਜ ਪੰਚਮ ਆਇਆ ਦਿੱਲੀ, ਸਾਰੇ ਧਰਮਾਂ ਦਾ ਇਕੱਠ ਹੋਇਆ ਸੀ, ਤੇ ਉੱਥੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਵੀ ਗਏ ਸੀ। ਉਹਨੇ ਸਾਰਿਆਂ ਦਾ ਦਰਸ਼ਨ ਕਰਿਆ, ਤੇ ਜਦ ਬਾਬਾ ਅਤਰ ਸਿੰਘ ਜੀ ਦੇ ਨਾਲ ਉਹਦੀ ਗੱਲਬਾਤ ਹੋਈ, ਕਿਉਂਕਿ ਸੰਤ ਅਤਰ ਸਿੰਘ ਵੀ ਪੜ੍ਹਾਈ ਨੂੰ ਬਹੁਤ ਉੱਚਾ ਮੰਨਦੇ ਸੀ,
ਕਿੰਨੇ ਕਾਲਜ, ਅਕਾਲ ਕਾਲਜ ਬਣਾਇਆ ਮਸਤੂਆਣਾ ਸਾਹਿਬ, ਕਿੰਨੇ ਉਹਨਾਂ ਨੇ ਸਕੂਲ ਖੁਲਾਏ ਆਪਣੇ ਸਮੇਂ 'ਚ। ਪੰਡਤ ਮਦਨ ਮੋਹਨ ਮਾਲਵੀਆ ਨੇ ਬੇਨਤੀ ਕੀਤੀ ਸੀ ਸੰਤ ਬਾਬਾ ਅਤਰ ਸਿੰਘ ਨੂੰ ਕਿ ਮਹਾਰਾਜ ਤੁਹਾਡੇ ਹੱਥੋਂ ਨਿਉ ਰਖਾਉਣੀਆਂ, ਮੈਂ ਯੂਨੀਵਰਸਿਟੀ ਬਣਾਉਣ ਜਾ ਰਿਹਾ। ਫਿਰ ਸੰਤ ਜੀ ਮਹਾਰਾਜ ਮਹਾਰਾਜਾ ਪਟਿਆਲਾ ਦੀ ਇੱਕ ਸਪੈਸ਼ਲ ਰੇਲ ਗੱਡੀ ਸੀ ਜਿਹਨੂੰ ਘੋੜੇ ਖਿੱਚਦੇ ਹੁੰਦੇ, ਭੁਪਿੰਦਰ ਸਿੰਘ ਦੀ, ਉਹਦੇ ਵਿੱਚ ਬੈਠ ਕੇ ਸੰਤ ਮਹਾਰਾਜ ਕਾਸ਼ੀ ਗਏ ਸੀ। ਔਰ 11 ਇੱਟਾਂ ਸੋਨੇ ਦੀਆਂ ਨਾਲ ਉਹਦੀ ਨਿਉ ਰੱਖੀ ਸੀ ਯੂਨੀਵਰਸਿਟੀ ਦੀ। ਪੰਡਤ ਮਦਨ ਮੋਹਨ ਮਾਲਵੀਆ ਜੀ ਗਏ ਡਾਕਟਰ ਰਾਧਾ ਕ੍ਰਿਸ਼ਨਨ ਨੂੰ ਲੈਣ, ਤੇ ਅੱਗੋਂ ਉਹਨਾਂ ਨੇ ਉਹੀ ਜਵਾਬ ਦਿੱਤਾ ਕਿ ਭਾਰਤ ਦੇ ਲੋਕ ਵਿਦਵਾਨ ਦੀ ਕਦਰ ਨਹੀਂ ਕਰਦੇ, ਮੈਂ ਹਿੰਦੁਸਤਾਨ ਨਹੀਂ ਜਾਣਾ। ਤੇ ਪੰਡਤ ਮਦਨ ਮੋਹਨ ਮਾਲਵੀਆ ਜੀ ਨੇ ਬਹੁਤ ਸੋਹਣਾ ਜਵਾਬ ਦਿੱਤਾ ਕਿ ਡਾਕਟਰ ਸਾਹਿਬ ਮੈਂ ਤੁਹਾਡੀ ਗੱਲ ਮੰਨਦਾ, ਪਰ ਇੱਕ ਲਾਇਕ ਪੁੱਤ ਆਪਦੀ ਮਾਂ ਤੋਂ ਕਦੇ ਵੀ ਸਤਿਕਾਰ ਨਹੀਂ ਮੰਗਦਾ ਹੁੰਦਾ। ਪੁੱਤ ਤਾਂ ਮਾਂ ਦਾ ਸਤਿਕਾਰ ਕਰਦੇ ਹੁੰਦੇ ਨੇ। ਭਾਰਤ ਦੀ ਭੂਮੀ ਤੁਹਾਡੀ ਮਾਂ ਹੈ, ਤੁਸੀਂ ਉੱਥੋਂ ਦੇ ਜੰਮ ਪਾਲੋ, ਤੇ ਤੁਸੀਂ ਚਾਹੁੰਦੇ ਹੋ ਤੁਹਾਡੀ ਮਾਂ ਤੁਹਾਡਾ ਸਤਿਕਾਰ ਕਰੇ। ਲਾਇਕ ਪੁੱਤ ਨਹੀਂ ਕਹਿੰਦਾ ਮਾਂ ਖੜੀ ਹੋ ਕੇ ਸਤਿਕਾਰ ਕਰੇ, ਲਾਇਕ ਪੁੱਤ ਤਾਂ ਆਪ ਝੁੱਕ ਕੇ ਮਾਂ ਦੇ ਪੈਰੀਂ ਹੱਥ ਲਾਉਂਦਾ। ਫਿਰ ਡਾਕਟਰ ਰਾਧਾ ਕ੍ਰਿਸ਼ਨਨ ਹਿੰਦੁਸਤਾਨ ਆਏ ਸੀ। ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ 'ਚ ਪੜ੍ਹਾਉਂਦੇ ਸੀ, ਔਰ ਪਹਿਲਾ ਅਧਿਆਪਕ ਹੋਇਆ ਜਿਹੜਾ ਹਵਾਈ ਜਹਾਜ਼ ਰਾਹੀਂ ਆਉਂਦਾ ਹੁੰਦਾ, ਹੈਲੀਕਾਪਟਰ ਰਾਹੀਂ। ਉਹ ਲਿਖਦੇ ਨੇ, ਕਹਿੰਦੇ ਜਦ ਤੁਸੀਂ ਸੱਚ ਦੇ ਮਾਰਗ ਤੇ ਧਰਮ ਦੇ ਮਾਰਗ ਤੇ ਚੱਲੋਗੇ, ਡਾਕਟਰ ਰਾਧਾ ਕ੍ਰਿਸ਼ਨਨ ਦੇ ਬੋਲ ਨੇ, ਤੁਹਾਡਾ ਸਾਥ ਦੁਨੀਆ ਛੱਡ ਦੇਗੀ ਪਰ ਰੱਬ ਤੁਹਾਡਾ ਸਾਥ ਦੇਵੇਗਾ। ਔਰ ਜਦ ਤੁਸੀਂ ਸੱਚ ਨੂੰ ਛੱਡ ਕੇ ਝੂਠ ਦੇ ਰਾਹ ਤੇ ਤੁਰੋਗੇ, ਪਾਪ ਦੇ ਰਸਤੇ ਤੇ ਤੁਰੋਗੇ, ਧਰਮ ਨੂੰ ਛੱਡ ਕੇ ਅਧਰਮ ਦੇ ਰਸਤੇ ਤੇ ਤੁਰੋਗੇ, ਫਿਰ ਦੁਨੀਆ ਤੁਹਾਡਾ ਸਾਥ ਦੇਵੇਗੀ ਤੇ ਰੱਬ ਤੁਹਾਡਾ ਸਾਥ ਛੱਡ ਦੇਗਾ। ਦੁਨੀਆ ਝੂਠਿਆਂ ਦਾ ਸਾਥ ਕਿਉਂ ਦਿੰਦੀ ਹੈ? ਕਿਉਂਕਿ ਸਾਰੀ ਝੂਠੇ ਆ, ਸੱਚਾ ਹੈ ਹੀ ਕੋਈ ਨਹੀਂ। ਇਹ ਤਾਂ ਬਾਣੀ ਦਾ ਵਚਨ ਹੈ, ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ। ਕੋਈ ਕਿਸੇ ਗੱਲ ਤੋਂ ਝੂਠਾ, ਕੋਈ ਕਿਸੇ ਤੋਂ ਝੂਠਿਆਂ ਤੋਂ ਝੂਠੇ ਪਿੱਛੇ ਲੱਗਦੇ ਹੀ ਆਏ। ਜਦ ਪਰਮਾਤਮਾ ਤੇ ਭਰੋਸਾ ਟਿਕ ਜੇ, ਫਿਰ ਦੁਨੀਆਦਾਰਾਂ ਨਾਲ ਘਾਟੇ ਨਿਭਦੀ ਹੁੰਦੀ ਹੈ। ਉਹ ਭਾਈ ਕਹਿਣ ਲੱਗੇ ਬ੍ਰਾਹਮਣ ਦੇ, ਅਸੀਂ ਇਹਦੇ ਨਾਲ ਨਹੀਂ ਹੁਣ ਰਹਿਣਾ। ਇਹ ਤਾਂ ਹੱਥ ਕਹਿ ਦਿੰਦਾ, ਉੱਪਰ ਨੂੰ ਕਰ ਦਿੰਦਾ ਭਗਵਾਨ ਦੇਵੇਗਾ। ਜੋਗ ਛੇਮੰ ਬਹਾਮੇ ਹਮ, ਗੀਤਾ ਦਾ ਸ਼ਲੋਕ। ਇਸੇ ਗੱਲ ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੱਜ ਦੇ ਬਚਨ ਵਿੱਚ ਲਿਖਿਆ, ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ। ਅਲੱਗ ਕਰ ਦਿੱਤਾ, ਅਲੱਗ ਕਰਕੇ ਜਿਹੜਾ ਹਿੱਸੇ ਬਹਿੰਦਾ, ਕੋਈ ਪੈਸਾ ਟਕਾ ਸੀ ਉਹ ਵੀ ਦੇ ਦਿੱਤਾ, ਕੱਪੜਾ ਲੀੜਾ ਵੀ ਦੇ ਦਿੱਤਾ, ਘਰ ਮਕਾਨ ਵੀ ਦੇ ਦਿੱਤਾ, ਬਰਤਨ ਵੀ ਦੇ ਦਿੱਤੇ, ਜੋ ਚੀਜ਼ਾਂ ਹੁੰਦੀਆਂ ਨੇ। ਤੇ ਉਹਦੇ ਘਰ ਵਾਲੀ ਸੀ ਜਿਹੜੀ ਬ੍ਰਾਹਮਣ ਦੇ, ਉਹ ਕਹਿਣ ਲੱਗੀ ਪੰਡਤਾਣੀ ਮਹਾਰਾਜ, ਤੇ ਇਹ ਗੱਲ ਸੱਚ ਹੈ ਕਿ ਤੁਸੀਂ ਕਿਸੇ ਤੋਂ ਕੁਛ ਮੰਗਦੇ ਨਹੀਂ, ਹੁਣ ਘਰ ਕਿਵੇਂ ਚੱਲੂਗਾ? ਪੰਡਿਤ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਸ਼੍ਰੀ ਕ੍ਰਿਸ਼ਨ ਦਾ ਬਚਨ ਮਿਥਿਆ ਨਹੀਂ ਹੋ ਸਕਦਾ। ਕ੍ਰਿਸ਼ਨ ਕਹਿੰਦੇ ਨੇ ਗੀਤਾ ਵਿੱਚ, ਜੋਗ ਛੇਮੰ ਬਹਾਮੇ ਹਮ, ਭਗਵਾਨ ਦਾ ਵਚਨ ਝੂਠ ਨਹੀਂ ਹੋ ਸਕਦਾ ਭਲੀਏ। ਆਪੇ ਭਗਵਾਨ ਦੇਊਗਾ, ਜਿਵੇਂ ਗੁਜ਼ਾਰਾ ਹੁੰਦਾ ਉਵੇਂ ਕਰਾਂਗੇ। ਉਹ ਸਤਿਆਵਾਨ ਸੀ, ਇਸ ਗੱਲ ਨੂੰ ਸਮਝਣ ਵਾਲੀ ਸੀ ਕਿ ਮੇਰੇ ਪਤੀ ਦੀ ਅਵਸਥਾ ਭਗਤੀਮਈ ਹੈ। ਉਹਨੇ ਕੁਛ ਦਿਨ ਤਾਂ ਉਹਨਾਂ ਪੈਸਿਆਂ ਨਾਲ ਸਮਾਂ ਲੰਘਾ ਲਿਆ ਜਿਹੜੇ ਮਿਲੇ ਸੀ, ਤੇ ਪੰਡਿਤ ਜੀ ਦਾ ਕਰਮ ਸੀ ਸੁਬਹ ਉੱਠਣਾ, ਇਸ਼ਨਾਨ ਆਦਿਕ ਕਿਰਿਆ ਕਰਕੇ, ਪੂਜਾ ਪਾਠ ਕਰਕੇ
ਜੇ ਕੋਈ ਜਜਮਾਨ ਆਉਣਾ ਤਾਂ ਉਹਦੇ ਚਲੇ ਜਾਣਾ, ਨਹੀਂ ਸ਼੍ਰੀ ਗੀਤਾ ਦੀ ਪੋਥੀ ਲੈ ਕੇ ਕਿਤੇ ਬਾਹਰ ਜਾ ਕੇ ਬਹਿ ਜਾਣਾ ਤੇ ਪੜ੍ਹੀ ਜਾਣਾ। ਤੇ ਸੁਭਾਵਕ ਜੀ ਗੱਲ ਹੈ, ਜਿਹੜਾ ਕਿਸੇ ਤੋਂ ਮੰਗੇ ਨਾ ਉਹਦੇ ਕੋਲ ਵੀ ਕੋਈ ਨਹੀਂ ਆਉਂਦਾ। ਇਹ ਦੁਨੀਆ ਨੂੰ ਪਿਆਰ ਹੀ ਉਹ ਲੱਗਦਾ ਜਿਹੜਾ ਟੱਕ ਡੂੰਘਾ ਮਾਰੇ। ਉਹ ਬੁਲਾਉਣੋਂ ਵੀ ਦੁਨੀਆ ਹਟ ਗਈ, ਉਹ ਆਪਣੀ ਮਸਤੀ ਵਿੱਚ ਰਹਿਣ ਲੱਗ ਗਿਆ। ਘਰ ਦੀ ਹਾਲਤ ਬੁਰੀ ਹੋ ਗਈ, ਪੈਸੇ ਕਿੰਨੇ ਕੁ ਦਿਨ ਚੱਲਣੇ ਸੀ, ਮੁੱਕ ਗਏ। ਘਰਵਾਲੀ ਨੇ ਕੀ ਕੀਤਾ, ਸਾਹਮਣੇ ਸਾਹਮਣੇ ਬਰਤਨ ਰੱਖ ਲਏ ਤੇ ਕੁਛ ਬਰਤਨ ਵੇਚਤੇ ਵੀ ਚਲ 4 ਦਿਨ ਤਾਂ ਲੰਘਣਗੇ। ਤੇ ਢਿੱਡ ਤਾਂ ਰੋਜ਼ ਮੰਗਦਾ ਖਾਣ ਲਈ, ਥੋੜੇ ਜਿਹੇ ਦਿਨਾਂ ਵਿੱਚ ਉਹ ਵੀ ਮੁੱਕ ਗਏ। ਤੇ ਉਹਨੇ ਜਦ ਪੁੱਛਿਆ, ਪੰਡਿਤ ਜੀ ਹੁਣ ਕੀ ਕਰੀਏ? ਨਹੀਂ, ਮੇਰੇ ਭਗਵਾਨ ਕਹਿੰਦੇ ਨੇ ਮੈਂ ਆਪ ਪਾਲਦਾ ਭਗਤਾਂ ਨੂੰ, ਆਪੇ ਪਾਲਣਗੇ। ਉਹਨੇ 2 ਜੋੜੀ ਵਸਤਰ ਰੱਖ ਕੇ ਬਾਕੀ ਵਸਤਰ ਵੀ ਵੇਚਤੇ, ਕੱਪੜੇ ਵੀ। 4 ਦਿਨ ਉਹਨਾਂ ਨਾਲ ਵੀ ਲੰਘ ਗਏ। ਸਮਾਂ ਲੰਘਦੇ ਲੰਘਦੇ ਇੱਥੇ ਆ ਪਹੁੰਚਿਆ ਕਿ ਹੁਣ ਕੋਲੇ ਕੁਛ ਵੇਚਣ ਨੂੰ ਵੀ ਹੈ ਨਹੀਂ। ਅਖੀਰ ਨੂੰ ਪੰਡਿਤ ਜੀ ਨਾਲ ਸਲਾਹ ਕਰਦੀ ਆ ਘਰਵਾਲੀ, ਹੁਣ ਤਾਂ ਕੁਛ ਵੇਚਣ ਨੂੰ ਵੀ ਹੈ ਨਹੀਂ, ਹੁਣ ਤੁਹਾਡਾ ਮਨ ਕੀ ਕਹਿੰਦਾ? ਕਹਿਣ ਲੱਗੇ, ਮੇਰਾ ਮਨ ਕਹਿੰਦਾ ਵੀ ਭਗਵਾਨ ਨੇ ਕਿਹਾ ਮੈਂ ਆਪੇ ਪਾਲਦਾ ਭਗਤਾਂ ਨੂੰ, ਪਾਲੇਗਾ। ਉਹਨੇ ਆਂਢ ਗੁਆਂਢ ਤੋਂ 4 ਦਿਨ ਪੈਸੇ ਮੰਗੇ, ਸਾਰੇ ਆ ਕਿੰਨੇ ਕੁ ਦਿਨ ਲੰਘਦੇ ਨੇ, ਅਖੀਰ ਨੂੰ ਘਰ ਵੀ ਵੇਚਤਾ। ਦੋਨੋਂ ਜਾਣੇ ਪਤੀ ਪਤਨੀ ਇੱਕ ਧਰਮਸ਼ਾਲਾ 'ਚ ਜਾ ਬੈਠੇ। ਜਦ ਪੇਪਰ ਪੈਂਦੇ, ਕਿਉਂਕਿ ਭਗਵਾਨ ਵੀ ਦੇਖ ਰਹੇ ਸੀ, ਮੈਂ ਦੇਖਾਂ ਇਹਦਾ ਭਰੋਸਾ ਕਿੱਥੇ ਕੁ ਖੜਾ। ਤੇ ਕਈ ਵਾਰੀ ਦੁਨੀਆ ਵਾਲਿਆਂ ਦਾ ਜਦੋਂ ਪੇਪਰ ਪੈਂਦਾ ਫਿਰ ਭਰੋਸਾ ਡੋਲ ਜਾਂਦਾ। ਇਹ ਨਹੀਂ ਹੈ ਕਿ ਰੱਬ ਚੀਜ਼ਾਂ ਦੇਣ ਵਾਸਤੇ ਹੀ ਹੈ, ਕਈ ਵਾਰੀ ਪਰਖ ਵੀ ਕਰਨ ਲੱਗ ਜਾਂਦੇ ਪਰਮਾਤਮਾ ਕਿ ਮੇਰੇ ਤੇ ਖੜਾ ਹੈ, ਦਿਨ ਰਾਤ ਮੇਰੇ ਤੋਂ ਮੰਗਦਾ, ਇਹਨੂੰ ਭਰੋਸਾ ਵੀ ਹੈ ਕਿ ਨਹੀਂ ਹੈ। ਧਰਮਸ਼ਾਲਾ ਵਿੱਚ ਰਹਿਣ ਲੱਗ ਪਏ, ਘਰ ਵਿਕ ਗਿਆ, ਕੋਲੇ ਕੁਛ ਨਹੀਂ। ਪੰਡਿਤ ਜੀ ਦਾ ਮਨ ਹੁਣ ਡੋਲਣ ਲੱਗ ਪਿਆ ਵੀ ਭਗਵਾਨ ਕਹਿੰਦੇ ਸੀ ਮੈਂ ਪਾਲਣਾ ਕਰਦਾ, ਮੇਰੇ ਤਾਂ ਘਰੋਂ ਵੀ ਬੇਘਰ ਹੋ ਗਿਆ। ਉਹਨੂੰ ਹੀ ਕੀ ਪਤਾ ਸੀ ਇਹ ਪੇਪਰ ਪਾਪਾ ਦੇਖ ਰਹੇ ਨੇ, ਭਗਵਾਨ ਦੀ ਮਾਇਆ ਹੈ। ਤੇ ਪੇਪਰ ਦੇ ਵਿੱਚ ਸੱਚੇ ਬੰਦੇ ਪਾਸ ਹੁੰਦੇ ਨੇ, ਝੂਠੇ ਨਹੀਂ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ। ਰਾਮ ਕਸੌਟੀ ਸੋ ਸਹੈ, ਜੋ ਮਰ ਜੀਵਾ ਹੋਏ। ਜਿਹੜੇ ਮਰਜੀਵੜੇ ਨੇ ਉਹ ਪਾਸ ਹੁੰਦੇ ਨੇ ਜਦੋਂ ਕਸੌਟੀ ਲੱਗਦੀ ਹੈ। ਮਨ ਕੁਛ ਘਬਰਾਹਟ ਵਿੱਚ ਰਹਿਣ ਲੱਗ ਪਿਆ, ਭਗਵਾਨ ਦੇ ਬਚਨ ਤੋਂ ਭਰੋਸਾ ਉੱਠਣਾ ਸ਼ੁਰੂ ਹੋ ਗਿਆ। ਕਹਿੰਦੇ ਜਦ ਗੀਤਾ ਦੀ ਪੋਥੀ ਲੈ ਕੇ ਪੜ੍ਹਨ ਬੈਠੇ, ਹੁਣ ਮਨ 'ਚ ਤਾਂ ਉਹੀ ਦੁਬਿਧਾ ਚੱਲ ਰਹੀ ਹੈ, ਘਰ ਵੀ ਵਿਕ ਗਿਆ, ਵਸਤਰ ਵੀ ਵਿਕ ਗਏ, ਭਾਂਡੇ ਵੀ ਵਿਕ ਗਏ, ਕੋਲੇ ਵੀ ਕੁਛ ਨਹੀਂ। ਸ਼੍ਰੀ ਗੀਤਾ ਪੜ੍ਹਦੇ ਪੜ੍ਹਦੇ ਜਦੋਂ ਉਹੀ ਬਚਨ ਆਇਆ, ਜੋਗ ਗਸ਼ੇਮੰ ਬਹਾਮੇ ਹਮ, ਮੈਂ ਆਪਣੇ ਭਗਤਾਂ ਦੀ ਰਕਸ਼ਾ ਕਰਦਾ, ਭਗਤਾਂ ਦੀ ਪਾਲਣਾ ਕਰਦਾ। ਪੰਡਿਤ ਜੀ ਕਹਿੰਦੇ ਝੂਠ ਲਿਖਿਆ। ਜੇ ਰੱਬ ਹੋਵੇ, ਆਮ ਆਪਾਂ ਵੀ ਕਹਿ ਦਿੰਦੇ ਹਾਂ ਜਦ ਸਾਡੇ ਤੇ ਕੋਈ ਪੇਪਰ ਜਾ ਪੈ ਜਾਏ, ਸਾਡੇ ਬਾਰੇ ਤਾਂ ਰੱਬ ਵੀ ਪਤਾ ਨਹੀਂ ਕਿੱਧਰ ਵਗ ਗਿਆ। ਥੋੜਾ ਜਿਹਾ ਦੁੱਖ ਆ ਜੇ ਦੁਨੀਆ ਡੋਲ ਜਾਂਦੀ ਹੈ, ਬਈ ਹੁਣ ਕੀ ਕਰੀਏ, ਰੱਬ ਵੀ ਹੈ ਨਹੀਂ ਸਾਡਾ। ਤਾਂ ਭਰੋਸਾ ਰੱਖਣਾ ਬਹੁਤ ਔਖਾ ਹੈ, ਵੱਡੇ ਵੱਡਿਆਂ ਦਾ ਡੋਲ ਜਾਂਦਾ, ਉਹਦੇ ਉੱਤੇ ਮਨ ਨਹੀਂ ਟਿਕਦਾ। ਜਦ ਆਇਆ ਪੰਡਿਤ ਜੀ ਨੇ ਉਹ ਬਚਨ ਨੂੰ ਕਹਿ ਦਿੱਤਾ, ਝੂਠ ਲਿਖਿਆ ਗੀਤਾ ਵਿੱਚ, ਜੋਗ ਸ਼ੇਮੰ ਬਹਾਮੇ ਹਮ। ਜੇ ਪਾਲਣਾ ਕਰਦੇ ਹੁੰਦੇ ਹੁਣ ਨੂੰ ਆਉਂਦੇ ਨਾ। ਕਹਿੰਦੇ ਸ਼ਾਹੀ ਦੀ ਦਵਾਤ ਲਈ, ਉਹਦੇ ਵਿੱਚੋਂ ਕਲਮ ਭਿਉਂ ਕੇ ਉਹ ਓਨੀਆਂ ਲਾਈਨ ਕੱਟ ਦਿੱਤੀ ਸ਼੍ਰੀ ਗੀਤਾ ਵਿੱਚੋਂ ਪੰਡਤ ਨੇ।
जोग क्षेमम बहामे हम, पंक्ति ये कट दिती श्लोक दी। भरोसा टुट गया, डोल गया मन, दुख ना झल सकिया, ते जानी जान भी जान गए कि मेरे भगत दा भरोसा डोल गया, पर मैं डोलन नहीं देना। दुख पाउंदा है परमात्मा, पर दुख झल्लण दी शक्ति भी उही दिंदा है। जिन्हें घड़ा बनदा देखिया होना, उन्हां नूं पता हो जद घड़ा पथदे ने उहदे उत्ते बाहरों थापड़े मारने पैंदे ने मिट्टी दे उत्ते, पर अंदरले पासों एक हथ दा उहनूं सहारा दे के रखना पैंदा, फिर घड़ा बनदा। परमात्मा भी जद अपने भगत नूं कुछ बनाउंदा है, उदों दुख भी पाउंदा है, तकलीफ भी दे के देखदा है, उहदा पेपर लैंदा है, ਉਹਦੇ ਭਰੋਸੇ ਨੂੰ ਪਰਖਦਾ, ਅੰਦਰੋਂ ਹੱਥ ਦੇ ਕੇ ਰੱਖਿਆ ਵੀ ਉਸੇ ਨਹੀਂ ਹੁੰਦਾ। ਤੇ ਭਗਵਾਨ ਨੇ ਇੱਕ ਵਿਦਿਆਰਥੀ ਦਾ ਰੂਪ ਧਾਰ ਕੇ ਬਹੁਤ ਅਮੀਰਾਂ ਵਾਲੇ ਵਸਤਰ, ਜਿਵੇਂ ਕਿਸੇ ਅਮੀਰ ਘਰ ਦਾ ਬੱਚਾ ਹੋਵੇ ਤੇ ਘੋੜੀ ਤੇ ਚੜ੍ਹੇ ਹੋਏ, ਨਾਲ ਦੋ ਨੌਕਰ ਲੈਤੇ ਹੋਏ ਆਪਦੇ ਪਾਰਖਦ, ਉਹਨਾਂ ਦਾ ਨੌਕਰਾਂ ਵਾਲਾ ਰੂਪ ਧਾਰਿਆ ਵਿਆ। ਉਸੇ ਨਗਰ ਵਿੱਚ ਆ ਗਏ ਜਿੱਥੇ ਉਹ ਪੰਡਤ ਜੀ ਰਹਿੰਦੇ ਸੀ। ਪੁੱਛਿਆ, ਭਾਈ ਫਲਾਣਾ ਪੰਡਤ ਕਿੱਥੇ ਰਹਿੰਦੇ? ਕਹਿੰਦੇ, ਬਈ ਅੱਜ ਤੂੰ ਤਾਂ ਕੋਈ ਬੁਲਾਉਂਦਾ ਵੀ ਹੈ ਨਹੀਂ ਸਾਡੇ ਨਗਰ ਦਾ, ਤੂੰ ਕੌਣ ਹੈ? ਕਹਿੰਦਾ, ਮੈਂ ਤਾਂ ਪੜ੍ਹਦਾ ਰਿਹਾ ਪੰਡਿਤ ਜੀਆਂ ਤੋਂ। ਭਗਵਾਨ ਕਹਿੰਦੇ, ਉਹ ਤਾਂ ਐਡਾ ਵਿਦਵਾਨ ਤੇ ਤੁਸੀਂ ਬੇਕਦਰੀ ਕਰ ਰਹੇ ਹੋ ਉਹਦੀ। ਕਿੱਥੇ ਰਹਿੰਦਾ? ਕਹਿੰਦੇ, ਫਲਾਣੀ ਧਰਮਸ਼ਾਲਾ 'ਚ, ਘਰ ਤਾਂ ਵੇਚਤਾ। ਤੇ ਭਗਵਾਨ ਜੀ ਸਿੱਧੇ ਧਰਮਸ਼ਾਲਾ ਨੂੰ ਚੱਲ ਪਏ। ਨੌਜਵਾਨ ਸੁੰਦਰ ਸਰੂਪ, ਨਾਲ ਨੌਕਰ, ਨੌਕਰਾਂ ਦੇ ਹੱਥ ਵਿੱਚ ਦੋ ਥਾਲੀਆਂ ਮੋਹਰਾਂ ਦੀਆਂ ਸੋਨੇ ਦੀਆਂ ਭਰੀਆਂ ਵੀਆਂ, ਤੇ ਅੱਗੇ ਅੱਗੇ ਘੋੜੀ ਤੇ ਚੜ੍ਹੇ ਹੋਏ ਨੇ, ਪਿੱਛੇ ਪਿੱਛੇ ਨੌਕਰ ਤੁਰੇ ਆਉਂਦੇ ਨੇ। ਧਰਮਸ਼ਾਲਾ ਤੇ ਆ ਕੇ ਪੁੱਛਿਆ, ਫਲਾਣੇ ਪੰਡਿਤ ਜੀ ਵਿਦਵਾਨ ਜੋ ਮਹਾਤਮਾ ਨੇ ਇੱਥੇ ਹੀ ਰਹਿੰਦੇ ਨੇ? ਉਹ ਕਹਿੰਦੇ, ਜੀ ਉਹ ਤਾਂ ਰੋਜ਼ ਚਲੇ ਜਾਂਦੇ ਨੇ ਬਾਹਰ, ਕਿਤੇ ਇਕਾਂਤ ਵਿੱਚ ਬੈਠ ਜਾਂਦੇ ਨੇ। ਉਹਨਾਂ ਦੀ ਧਰਮ ਸੁਪਤਨੀ ਜੋ ਮਾਤਾ ਹੈ ਉਹ ਅੰਦਰ ਹੀ ਹੈ ਧਰਮਸ਼ਾਲਾ 'ਚ, ਉਹਨੂੰ ਮਿਲ ਲਓ। ਤੇ ਭਗਵਾਨ ਘੋੜੀ ਤੋਂ ਉਤਰ ਕੇ ਅੱਗੇ ਚਲੇ ਗਏ। ਸਾਹਮਣੇ ਬੈਠੀ ਸੀ ਮਾਤਾ, ਚਰਨਾਂ 'ਚੋਂ ਜੋੜਾ ਲਾਤਾ। ਜਦੋਂ ਭਗਤ ਨੂੰ ਰੱਖਣਾ ਹੈ ਨਾ, ਫਿਰ ਨਾਨਾ ਪ੍ਰਕਾਰ ਦੀ ਲੀਲਾ ਰਚਦਾ। ਨਾਨਾ ਵਿਧ ਕਰ ਆਪ ਬਣਾਈ, ਬੜੀਆਂ ਵਿਧੀਆਂ ਰਚ ਲੈਂਦਾ ਵਾਹਿਗੁਰੂ ਜਦ ਰੱਖਣਾ ਹੋਵੇ ਉਹਨੇ। ਫਿਰ ਸਮਝ ਨਹੀਂ ਸਕਦੇ ਕੀ ਖੇਡ ਬਣਾ ਦੇਵੇ। ਜਦ ਉਹ ਦਿੰਦਾ ਕੁਛ ਉਦੋਂ ਵੀ ਵਿਧ ਰਚਦਾ, ਤੇ ਜਦ ਖੋਹਦਾ ਉਦੋਂ ਵੀ ਵਿਧ। ਇਸੇ ਕਰਕੇ ਤਾਂ ਬਾਣੀ ਦਾ ਬਚਨ ਹੈ, ਜਦੋਂ ਮਿਲੇ ਕੁਛ ਹੰਕਾਰ ਨਾ ਕਰੀਏ, ਜਦ ਕੋਲੋਂ ਕੁਛ ਚਲਿਆ ਜਾਵੇ ਰੋਣਾ ਨਹੀਂ ਚਾਹੀਦਾ। ਇਹ ਵਿਧੀ ਦਾ ਵਿਧਾਨ ਹੈ, ਮਿਲ ਕੇ ਵਿਛੜਨਾ। ਸੰਪੈ ਦੇਖ ਨਾ ਹਰਖੀਐ, ਬਿਪਤ ਦੇਖ ਨਾ ਰੋਏ, ਜਿਉਂ ਸੰਪੈ ਤਿਉਂ ਬਿਪਤ ਹੈ, ਵਿਧ ਨੇ ਰਚਿਆ ਸੋ ਹੋਏ। ਵਿਧੀ ਨਾਲ ਹੀ ਦੇ ਦਿੰਦਾ ਤੇ ਵਿਧੀ ਨਾਲ ਹੀ ਲੈ ਲੈਂਦਾ। ਉਹਦੀਆਂ ਖੇਡਾਂ ਨਿਆਰੀਆਂ ਨੇ। ਨਾਨਾ ਭੇਖ ਕਰਨ ਵਾਲੇ ਭਗਵਾਨ ਨੇ ਜੋੜਾ ਉਤਾਰਿਆ, ਸਤਿਕਾਰ ਕੀਤਾ। ਗੁਰੂ ਮਾਤਾ ਜਾਂ ਕਹਿ ਕੇ ਮੱਥਾ ਟੇਕਿਆ ਪੰਡਤਾਣੀ ਨੂੰ। ਮਾਈ ਦੇਖੇ ਵੀ ਮੈਂ ਕਿਤੇ ਜਾਣਦੀ ਨਹੀਂ, ਇਹ ਮੁੰਡੇ ਨੂੰ ਦੇਖਿਆ ਕਿਤੇ ਨਹੀਂ, ਤੇ ਮੈਨੂੰ ਗੁਰੂ ਮਾਤਾ ਕਹਿੰਦੇ। ਭਾਈ ਮੈਂ ਤੈਨੂੰ ਪਛਾਣਿਆ ਨਹੀਂ। ਭਗਵਾਨ ਕਹਿੰਦੇ, ਮਾਤਾ ਮੈਂ ਪੰਡਿਤ ਜੀ ਦਾ ਸ਼ਿਸ਼ ਹਾਂ, ਵਿਦਿਆਰਥੀ ਹਾਂ, ਉਹਨਾਂ ਤੋਂ ਵਿਦਿਆ ਪੜ੍ਹਦਾ। ਕਿਵੇਂ ਪੜ੍ਹਦੇ ਸੀ ਭਲਾ ਵਿਦਿਆ?
ਜਦੋਂ ਪੰਡਿਤ ਜੀ ਗੀਤਾ ਪੜ੍ਹਦੇ ਇਹ ਪੰਕਤੀ ਤੇ ਆ ਜਾਂਦੇ, ਜੋਗ ਛੇਮੰ ਬਹਾਮੇ ਹਮ, ਜੋਗ ਛੇਮੰ ਬਹਾਮੇ ਹਮ, ਬਾਰ-ਬਾਰ ਪੜ੍ਹਦੇ ਸੀ। ਉਹ ਦੁਨੀਆ ਥੋੜ੍ਹਾ ਸੁਣਦੀ ਸੀ, ਭਗਵਾਨ ਨੇ ਸੁਣਦਾ ਸੀ। ਤੇ ਦੁਨੀਆ ਤਾਂ ਜਿਉਂਦਿਆਂ ਨੂੰ ਛੱਡ ਦਿੰਦੀ ਹੈ, ਭਗਵਾਨ ਤਾਂ ਮਰਿਆਂ ਨੂੰ ਵੀ ਨਹੀਂ ਛੱਡਦਾ। ਜਾਂ ਰੱਬ ਦੇ ਪਿਆਰੇ ਸਾਧੂ ਨਹੀਂ ਬਾਂਹ ਛੱਡਦੇ ਹੁੰਦੇ ਫੜ ਕੇ। ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਓਏ ਜੀ ਬੰਦੇ ਵਿਛੜੇ, ਓਏ ਮੋਇਆ ਨਾ ਜਾਈ ਛੋੜ। ਮਾਤਾ ਮੈਂ ਪੰਡਿਤ ਜੀ ਦਾ ਵਿਦਿਆਰਥੀ ਹਾਂ। ਮਾਈ ਕਹਿੰਦੀ ਮੈਂ ਤਾਂ ਪਹਿਲਾਂ ਦੇਖਿਆ ਨਹੀਂ ਨਾ, ਪੰਡਿਤ ਜੀ ਨੇ ਕਦੇ ਦੱਸਿਆ ਵੀ ਕੋਈ ਬੱਚਾ ਪੜ੍ਹਦਾ ਸਾਡੇ ਕੋਲੇ। ਮਾਤਾ ਮੇਰੀ ਵਿਦਿਆ ਹੋ ਗਈ ਪੂਰੀ, ਹੁਣ ਮੈਂ ਗੁਰੂ ਦਸ਼ਣਾ ਦੇਣ ਵਾਸਤੇ ਆਇਆ। ਆਹ 2 ਥਾਲੀਆਂ ਸੋਨੇ ਦੀਆਂ ਮੋਹਰਾਂ ਨੇ, ਮੈਂ ਅਮੀਰ ਬਹੁਤ ਆ, ਮੇਰੇ ਘਰ ਵਿੱਚ ਤੋੜਾ ਨਹੀਂ ਹੈ, ਵੀ ਨਹੀਂ ਉਹਦੇ ਘਰ ਵਿੱਚ ਤੋੜਾ। ਆਦੇ ਬਚਨ ਕਹਿ ਰਿਹਾ ਨਾ ਗੁਰੂ ਸਾਹਿਬ ਦਾ, ਦੇਂਦੇ ਤੋਟ ਨਾ ਆਵਈ, ਅਗੰਤ ਭਰੇ ਭੰਡਾਰ। ਉਹਦੇ ਭੰਡਾਰੇ ਬਹੁਤ ਬੇਅੰਤ ਨੇ। ਕਮੀ ਤਾਂ ਸਾਡੇ ਭਰੋਸੇ ਵਿੱਚ ਹੈ। ਸਾਡਾ ਮਨ ਕਿਤੇ ਨਾ ਕਿਤੇ ਜਾ ਕੇ ਡੋਲ ਜਾਂਦਾ। ਪੰਡਿਤ ਜੀ ਦਾ ਵੀ ਡੋਲ ਗਿਆ ਸੀ। ਮਾਤਾ ਮੇਰੇ ਘਰ ਵਿੱਚ ਤੋੜਾ ਨਹੀਂ ਕੋਈ ਹੈ, ਤੇ ਆਹ 2 ਥਾਲੀਆਂ ਸੋਨੇ ਦੀਆਂ ਮੋਹਰਾਂ ਭਰੀਆਂ ਨੇ, ਤੁਹਾਡੀ ਭੇਟ ਹੈ। ਤੇ ਤੁਹਾਡੇ ਦੋਨਾਂ ਵਾਸਤੇ ਚੰਗੇ ਵਸਤਰ ਨੇ, ਸਮਾ ਕੇ ਪਾਇਓ, ਘਰ ਖਰੀਦ ਲਿਓ। ਹੁਣ ਉਹ ਸੀਲ ਸੰਤੋਖ ਵਾਲੀ ਸੀ ਮਾਈ, ਜੇ ਅੱਜ ਕੱਲ੍ਹ ਦਾ ਹੁੰਦਾ ਸਮਾਂ ਉਹਨੇ ਭੱਜ ਕੇ ਫੜਨੀਆਂ ਸੀ। ਪੁਰਾਤਨ ਕਾਲ ਵਿੱਚ ਲੋਕ ਸੁਖੀ ਕਿਉਂ ਸੀ? ਪੁਰਾਣੇ ਸਮੇਂ 'ਚ ਉਹ ਹੱਕ ਅਣਹੱਕ ਪਛਾਣਦੇ ਸੀ। ਹੁਣ ਅਸੀਂ ਇਹ ਪਛਾਣਨੋਂ ਹਟ ਗਏ, ਤਾਂ ਹੀ ਦੁਖੀ ਹਾਂ। ਪੁਰਾਣੇ ਸਮੇਂ ਵਿੱਚ ਇਹ ਚੀਜ਼ ਦੀ ਪਰਖ ਸੀ ਕਿ ਮੇਰਾ ਕੀ ਹੈ ਤੇ ਬਗਾਨਾ ਕੀ ਹੈ। ਖਾਂਦੇ ਨਹੀਂ ਸੀ ਦੂਜੇ ਦਾ, ਨਹੀਂ ਖਾਂਦੇ ਸੀ, ਆਪਣੇ ਹੀ ਖਾਧਾ ਜਾਵੇ ਬਹੁਤ ਸੀ, ਕਹਿ ਦਿੰਦੇ ਹੁੰਦੇ ਸਾਡੇ ਬਜ਼ੁਰਗ। ਹੁਣ ਤਾਂ ਕਹਿੰਦੇ ਨੇ ਪਹਿਲਾਂ ਖਾਓ ਹੀ ਦੂਜੇ ਵਾਲਾ, ਆਪਣਾ ਤਾਂ ਸਾਹਮਣੇ ਪਿਆ, ਆਪਣੇ ਵਾਲੇ ਨੂੰ ਤਾਂ ਦੇਖਾਂਗੇ ਬਾਅਦ 'ਚ। ਤੇ ਬਾਣੀ ਦਾ ਵਚਨ ਹੈ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ। ਗੁਰ ਪੀਰ ਹਮ ਤਾਂ ਭਰੇ ਜਾ ਮੁਰਦਾਰ ਨਾ ਖਾਏ। ਜਿਹੋ ਜਿਹਾ ਮੁਰਦਾ ਖਾ ਲਿਆ ਤੇ ਜਿਹਾ ਜਿਹਾ ਕਿਸੇ ਦਾ ਹੱਕ ਖਾ ਲਿਆ, ਇੱਕ ਬਰਾਬਰ। ਮੁਰਦਾਰ ਖਾਣੀ। ਉਹ ਮਾਈ ਕਹਿੰਦੀ ਮੈਂ ਤੈਨੂੰ ਜਾਣਦੀ ਨਹੀਂ, ਪੰਡਿਤ ਜੀ ਨੇ ਮੈਨੂੰ ਦੱਸਿਆ ਨਹੀਂ, ਮੈਂ ਤੈਨੂੰ ਕਦੇ ਦੇਖਿਆ ਨਹੀਂ, ਤੇ ਤੇਰੀਆਂ ਮੋਹਰਾਂ ਤੇ ਕੱਪੜੇ ਮੈਂ ਕਿਵੇਂ ਲੈ ਲਾਂ? ਸੰਤੋਖ ਹੈ। ਜਿਸ ਹਿਰਦੇ ਵਿੱਚ ਸੰਤੋਖ ਨਹੀਂ, ਉੱਥੇ ਧਰਮ ਨਹੀਂ ਟਿਕ ਸਕਦਾ। ਤੇ ਜਿੱਥੇ ਦਇਆ ਨਹੀਂ, ਉੱਥੇ ਧਰਮ ਪੈਦਾ ਹੀ ਨਹੀਂ ਹੁੰਦਾ। ਸਾਡੀ ਦੁਨੀਆ ਧਰਮੀ ਬਣੀ ਫਿਰਦੀ ਆ, ਦੂਜਿਆਂ ਨੂੰ ਵੱਢ ਕੇ। ਦੁਨੀਆ ਦੇ ਲੋਕ ਕੌਣਗੇ ਧਰਮੀ? ਕਰਮ ਇਹੋ ਜਿਹੇ ਕਰਦੇ ਨੇ ਦੱਸਣ ਤੋਂ ਪਰੇ। ਤੁਸੀਂ ਦੇਖ ਲਓ ਆਪੇ ਨਿਗਾਹ ਮਾਰ ਕੇ, ਇੱਕ ਇੱਕ ਕੰਨਿਆਂ ਦੇ ਦਾਨ ਦੇ ਮੌਕੇ ਕਿੰਨੇ ਕਿੰਨੇ ਜੀਵ ਵੱਢੇ ਜਾਂਦੇ ਨੇ ਰੋਜ਼, ਤੇ ਅਜੇ ਅਸੀਂ ਧਰਮੀ ਹਾਂ। ਦਇਆ ਤਾਂ ਹੈ ਹੀ ਨਹੀਂ ਸਾਡੇ 'ਚ। ਦਇਆ ਬਿਨਾਂ ਧਰਮ ਕਿੱਥੇ? ਧਰਮ ਦਾ ਬਾਣਾ ਮਿਲ ਜਾਂਦਾ ਸੌਖਾ ਹੀ, ਕਿਉਂਕਿ ਮੁੱਲ ਮਿਲਦਾ ਨਾ। ਕਿਸੇ ਧਰਮ ਦਾ ਲੈ ਲਓ, ਧੋਤੀ ਟੋਪੀ ਕਛਹਿਰੇ ਕਿਰਪਾਨਾਂ ਜਨੇਊ ਖੜਾਮਾਂ ਸਭ ਕੁਛ ਮਿਲਦਾ, ਮੁੱਲ ਮਿਲਦਾ। ਜੇ ਮੁੱਲ ਨਹੀਂ ਮਿਲਦਾ ਤਾਂ ਕੱਲਾ ਧਰਮ ਨਹੀਂ ਮਿਲਦਾ, ਉਹ ਗੁਰੂ ਦੇ ਬਚਨ ਕਮਾ ਕੇ ਕਮਾਉਣਾ ਪੈਂਦਾ ਹੈ ਧਰਮ। ਤੇ ਧਰਮੀ ਕਹਾਉਣ ਵਿੱਚ ਤੇ ਧਰਮੀ ਬਣਨ ਵਿੱਚ ਤਾਂ ਬਹੁਤ ਫਰਕ ਹੈ ਗੁਰਮੁਖੋ। ਜੇ ਕਹਿਣ ਨਾਲ ਧਰਮੀ ਹੋਈਏ, ਆਪਾਂ ਸਾਰੇ ਧਰਮੀ ਆ, ਕਿਹੜਾ ਕਹਾਉਂਦਾ ਆਪਦੇ ਆਪ ਨੂੰ ਪਾਪੀ ਵੀ ਮੈਂ ਪਾਪੀ ਆ? ਕਹਿੰਦਾ ਕੋਈ ਦੁਨੀਆ 'ਚ? ਕੋਈ ਨਹੀਂ ਕਹਿੰਦਾ, ਜਿਹਨੂੰ ਮਰਜ਼ੀ ਪੁੱਛ ਲਓ।
ਧਰਮ ਉੱਥੇ ਪੈਦਾ ਹੁੰਦਾ ਹੈ ਜਿੱਥੇ ਦਇਆ ਹੁੰਦੀ ਹੈ, ਕਿਉਂਕਿ ਦਇਆ ਮਾਂ ਹੈ ਤੇ ਧਰਮ ਪੁੱਤ ਹੈ, ਤੇ ਮਾਂ ਬਿਨਾਂ ਪੁੱਤ ਦਾ ਜਨਮ ਕਿਵੇਂ ਹੋ ਸਕਦਾ? ਧੌਲ ਧਰਮ ਦਇਆ ਕਾ ਪੂਤ, ਤੇ ਰਹੂਗਾ ਕਿੱਥੇ? ਜਿੱਥੇ ਸੰਤੋਖ ਹੋਏਗਾ। ਸੰਤੋਖ ਥਾਪ ਰੱਖਿਆ ਜਿਨ ਸੂਤ, ਜਿੱਥੇ ਸੰਤੋਖ ਹੈ। ਉਹ ਸੰਤੋਖੀ ਸੀ ਬ੍ਰਾਹਮਣੀ। ਨਾ ਭਾਈ ਮੈਂ ਤੇਰੀਆਂ ਮੋਹਰਾਂ ਤੇ ਇਹ ਕੱਪੜੇ ਨਹੀਂ ਲੈ ਸਕਦੀ ਜਦ ਮੈਂ ਤੈਨੂੰ ਜਾਣਦੀ ਏ ਨਹੀਂ। ਨਾ ਭਾਈ ਉਦੋਂ ਹੁਣ ਵਾਲਾ ਜ਼ਮਾਨੇ ਸੀ ਵੀ ਫੋਨ ਮਾਰ ਕੇ ਪੁੱਛ ਲਓ ਆ ਤੁਹਾਡਾ ਚੇਲਾ ਖੜਾ, ਮੈਂ ਨਹੀਂ ਤੁਹਾਡਾ ਇਹ ਬਸਤਰ ਮਾਇਆ ਮੈਂ ਨਹੀਂ ਲੈ ਸਕਦੀ, ਬਿਲਕੁਲ ਵੀ ਮੈਂ ਹੱਥ ਨਹੀਂ ਲਾ ਸਕਦੀ, ਕਿਉਂਕਿ ਇਹ ਮੇਰਾ ਹੱਕ ਨਹੀਂ ਹੈ। ਹਜੇ ਜਿੰਨਾ ਚਿਰ ਨਿਰਣਾ ਨਹੀਂ ਹੁੰਦਾ ਇਸ ਗੱਲ ਦਾ ਇਹ ਮੇਰਾ ਹੱਕ ਨਹੀਂ ਤੇ ਮੈਂ ਪਰਾਇਆ ਹੱਕ ਨਹੀਂ ਲੈ ਸਕਦੀ। ਖਬਰ ਹੈ ਤੈਨੂੰ ਭੁਲੇਖਾ ਲੱਗਿਆ ਹੋਵੇ ਕਿਸੇ ਹੋਰ ਬ੍ਰਾਹਮਣ ਦਾ ਚੇਲਾ ਹੋਵੇਂ। ਹੁਣ ਭਗਵਾਨ ਤਾਂ ਸਰਵੱਗਿਆ ਨੇ, ਉਹਨਾਂ ਨੂੰ ਕੌਣ ਦੱਸਣ ਵਾਲਾ? ਉਹਨਾਂ ਨੇ ਨਾਮ ਦੱਸਤਾ ਫਲਾਣੇ ਪੰਡਿਤ ਜੀ ਦਾ ਚੇਲਾ, ਉਹਨਾਂ ਦਾ ਵਿਦਿਆਰਥੀ ਆ। ਤੇ ਅਖੀਰ ਨੂੰ ਜਦ ਮਾਈ ਨਾ ਮੰਨੀ, ਭਗਵਾਨ ਕਹਿੰਦੇ ਮਾਤਾ ਚੰਗਾ ਆ ਪਈਆਂ ਨੇ ਦੋਨੇ ਥਾਲੀਆਂ ਮੋਹਰਾਂ ਦੀਆਂ, ਨਾਲੇ ਪਏ ਨੇ ਵਸਤਰ, ਤੂੰ ਉਹਨਾਂ ਚਿਰ ਨਾ ਹੱਥ ਲਾਈ, ਜਦ ਪੰਡਿਤ ਜੀ ਨੇ ਆ ਕੇ ਦੱਸਤਾ ਫੇਰ ਤਾਂ ਚੱਕ ਲਈ। ਜਿੰਨਾ ਚਿਰ ਜੇ ਨਾ ਪੰਡਿਤ ਜੀ ਨੇ ਕਿਹਾ ਨਾ ਚੱਕੀ, ਮੈਂ ਕੱਲ ਨੂੰ ਮੁੜ ਕੇ ਲੈ ਜੂ ਤਾਂ ਕੀ ਹੈ? ਮੋੜਨੀਆਂ ਕਿਹਨੇ ਸੀ? ਉਹ ਤਾਂ ਖੇਡ ਬਣੀ ਖੜੀ ਸੀ, ਬਹਾਨਾ ਰਚ ਦਿੱਤਾ। ਆ ਪਈਆਂ ਨੇ। ਮਾਈ ਕਹਿੰਦੀ ਇੱਥੇ ਨਾ ਧਰੋ, ਇੱਕ ਪਾਸੇ ਧਰ ਦਿਓ ਖੂੰਜੇ 'ਚ। ਜੇ ਤੁਹਾਡੀਆਂ ਹੋਈਆਂ ਤੁਹਾਨੂੰ ਭੁਲੇਖਾ ਹੋਇਆ ਕੱਲ੍ਹ ਨੂੰ ਲੈ ਜਿਓ ਆਪਣੀਆਂ, ਸਾਨੂੰ ਇਹ ਮੋਹਰਾਂ ਨਹੀਂ ਚਾਹੀਦੀਆਂ। ਰੱਖ ਦਿੱਤੀਆਂ। ਤੇ ਜਦ ਤੁਰਨ ਲੱਗੇ ਨਾ ਭਗਵਾਨ ਹੱਸ ਕੇ ਕਹਿੰਦੇ ਮਾਈ ਜੇ ਪੰਡਿਤ ਜੀ ਦੇ ਵੀ ਯਾਦ ਨਾ ਆਇਆ ਵੀ ਕਿਹੜਾ ਚੇਲਾ ਹੈ, ਉਹਨੂੰ ਐਂ ਕਹਿ ਦੀ ਵੀ ਇਹ ਉਹ ਚੇਲਾ ਦੇ ਕੇ ਗਿਆ ਜਿਹਦੇ ਮੂੰਹ ਤੇ ਤੈਂ ਕਲਮ ਫੇਰਤੀ ਸੀ ਸਿਆਹੀ ਦੀ ਲਵੇੜ ਕੇ। ਇਹ ਉਹ ਚੇਲਾ ਦੇ ਕੇ ਗਿਆ, ਮੈਂ ਤੈਨੂੰ ਨਿਸ਼ਾਨੀ ਦੱਸ ਜਾਨਾ ਮੇਰੀ। ਮਾਈ ਕਹਿੰਦੀ ਭਾਈ ਇਹ ਵੀ ਠੀਕ ਹੈ, ਕੋਈ ਖਾਸ ਨਿਸ਼ਾਨੀ ਹੋਵੇ ਉਹ ਭੁੱਲਦਾ ਨਹੀਂ ਹੁੰਦਾ, ਨਿਸ਼ਾਨੀ ਨਾਲ ਯਾਦ ਰਹਿੰਦਾ ਵੀ ਫਲਾਣਾ ਨਿਸ਼ਾਨੀ। ਕਹਿੰਦੇ ਮੇਰੀ ਨਿਸ਼ਾਨੀ ਇਹ ਹੈ, ਪੰਡਿਤ ਜੀ ਨੂੰ ਕਹਿ ਦਈਏ ਇਹ ਉਹ ਚੇਲਾ ਦੇ ਕੇ ਗਿਆ ਜਿਹਦੇ ਮੂੰਹ ਤੇ ਤਾਂ ਸਿਆਹੀ ਦੀ ਕਲਮ ਫੇਰਤੀ ਸੀ, ਭਿਉਂ ਕੇ ਪੋਚਤੀ ਸੀ। ਅੱਛਾ ਭਾਈ ਕੋਈ ਗੱਲ ਨਹੀਂ। ਸੰਧਿਆ ਹੋਈ, ਪੰਡਿਤ ਜੀ ਘਰ ਆਏ ਤੇ ਮਾਈ ਕਹਿਣ ਲੱਗੀ ਮਹਾਰਾਜ ਤੁਹਾਡਾ ਵਿਦਿਆਰਥੀ ਆ ਜਾ। ਪੰਡਿਤ ਜੀ ਕਹਿੰਦੇ ਮੈਂ ਤਾਂ ਪੜ੍ਹਾਉਂਦੇ ਹੀ ਨਹੀਂ ਕਿਸੇ ਨੂੰ, ਤੇ ਨਾ ਕੋਈ ਮੇਰੇ ਕੋਲੇ ਪੜ੍ਹਨੇ ਆਉਂਦਾ। ਤੁਸੀਂ ਇਹ ਸੁਭਾਵਿਕ ਇਹ ਗੱਲ ਹੈ, ਇੱਥੇ ਕਹਿ ਦਿਓ ਕਿਸੇ ਨੂੰ ਕਿ ਆਇਆ ਕਰ ਤੈਨੂੰ ਬਾਣੀ ਪੜ੍ਹਾਵਾਂਗੇ, ਦੂਜੇ ਦਿਨ ਮੂੰਹ ਵੀ ਨਹੀਂ ਦਿਖਾਉਂਦਾ। ਜਿਹੜੀ ਸਾਡੀ ਭਾਸ਼ਾ ਹੈ, ਸਾਡੇ ਗੁਰੂਆਂ ਦੇ ਬਚਨ ਨੇ, ਉਹ ਪੜ੍ਹਨ ਨੂੰ ਤਿਆਰ ਨਹੀਂ, ਮੁਫਤ ਵੀ। ਤੇ ਅੰਗਰੇਜ਼ੀ ਅਸੀਂ ਮਹਿੰਗੇ ਤੋਂ ਮਹਿੰਗੇ ਸਕੂਲ 'ਚ ਬਾੜ ਕੇ ਪੈਸੇ ਦੇ ਕੇ ਮਹਿੰਗੀਆਂ ਵਰਦੀਆਂ ਪਵਾ ਕੇ ਆਪ ਪੜ੍ਹਾਉਂਦੇ ਹਾਂ ਵੀ ਆਹ ਪੜ੍ਹ। ਪੜ੍ਹਨਾ ਕੋਈ ਮਾੜੀ ਗੱਲ ਨਹੀਂ, ਪਰ ਜਿਹੜੀ ਗੁਰਮੁਖੀ ਤੁਹਾਡੇ ਗੁਰੂਆਂ ਨੇ ਬਖਸ਼ੀ ਹੈ ਉਹ ਤਾਂ ਪੜ੍ਹੋ। ਜਿਹੜੀ ਗੁਰਮੁਖੀ ਸਾਡੇ ਗੁਰੂ ਪੀਰਾਂ ਨੇ ਪ੍ਰਚਾਰੀ ਹੈ ਉਹ ਤਾਂ ਪੜ੍ਹੋ। ਅਸੀਂ ਉਹ ਪੜ੍ਹਨ ਨੂੰ ਤਿਆਰ ਨਹੀਂ, ਮੁਫਤ ਵੀ ਪੜ੍ਹਨ ਨੂੰ ਤਿਆਰ ਨਹੀਂ। ਸਾਰੇ ਨਗਰ ਵਿੱਚੋਂ 500 ਬੰਦਾ ਇਕੱਠਾ ਕਰੋ, 5 ਨਹੀਂ ਨਿਕਲਦੇ ਜਪਜੀ ਸਾਹਿਬ ਪੜ੍ਹਨ ਵਾਲੇ, 5 ਵੀ। ਸਾਰੇ ਨਗਰ ਦੇ ਬੱਚੇ ਇਕੱਠੇ ਕਰ ਲਓ, 5 ਇੰਨੇ ਵਿੱਚੋਂ 100 ਜਵਾਕ ਨਹੀਂ ਇਹੋ ਜਿਹਾ ਨਿਕਲਣਾ ਜਿਹਦੇ ਊੜਾ ਆੜਾ ਯਾਦ ਹੋਵੇ, ਅੰਗਰੇਜ਼ੀ ਯਾਦ ਹੈ। ਕਿਉਂ? ਕਿਉਂਕਿ ਭੁੱਲ ਗਏ, ਛੱਡ ਦਿੱਤਾ ਪੜ੍ਹਨਾ। ਤੇ ਮੁਫਤ ਤਾਂ ਪੜ੍ਹਦੇ ਹੀ ਕੋਈ ਨਹੀਂ। ਉਹ ਪੰਡਿਤ ਜੀ ਕਹਿੰਦਾ ਨਾ ਤਾਂ ਮੈਂ ਪੜ੍ਹਾਉਣਾ, ਤੇ ਦੂਜਾ ਨਾ ਕੋਈ ਮੇਰੇ ਕੋਲੇ ਆਉਂਦਾ। ਗਰੀਬ ਤੋਂ ਛੇਤੀ ਕੋਈ ਪੜ੍ਹਦਾ ਵੀ ਨਹੀਂ ਹੁੰਦਾ ਜਿਹਦੇ ਕੋਲੇ ਕੁਛ ਨਾ ਹੋਵੇ।
ਹੋ ਗਈ। 2 ਥਾਲੀਆਂ ਸੋਨੇ ਦੀਆਂ ਮੋਹਰਾਂ, ਕਿਸੇ ਅਮੀਰ ਘਰ ਦਾ ਬੱਚਾ ਸੀ, ਤੇ ਚੰਗੇ ਵਸਤਰ ਆਪਣੇ ਦੋਨਾਂ ਵਾਸਤੇ। ਕਹਿੰਦਾ ਮੂਹਰੇ ਸਿਆਲ ਆਉਂਦਾ, ਚੰਗੇ ਵਸਤਰ। ਪੰਡਿਤ ਜੀ ਤਾਂ ਗੁੱਸੇ ਹੋ ਗਏ, ਹੱਕ ਦਾ ਖਾਣਾ ਸੀ ਨਾ, ਧਰਮੀ ਕਿਰਤ। ਐ ਬ੍ਰਾਹਮਣੀ, ਇਹ ਕੀ ਕੀਤਾ? ਭਗਵਾਨ ਨੇ ਬਿਨਾਂ ਪੁੱਛੇ ਦੱਸੇ ਤੈਂ ਮਾਇਆ ਰਖਾ ਲਈ, ਇੱਥੇ ਬਸਤਰ ਰਖਾ ਲਈ। ਭਲਾ ਜੇ ਕੋਈ ਹੋਰ ਚੋਰੀ ਕਰਕੇ ਲੈ ਜੇ, ਆਪਣੇ ਸਿਰ ਪੈਣਗੇ। ਮੈਂ ਮੋੜ ਆਊਂ, ਤੂੰ ਮੈਨੂੰ ਦੱਸ ਕੌਣ ਸੀ, ਉਹਦਾ ਨਾਂ ਕੀ ਸੀ? ਉਹ ਕਹਿੰਦੀ ਜੀ ਨਾਂ ਤਾਂ ਮੈਂ ਪੁੱਛਿਆ ਹੈ ਨਹੀਂ। ਭਲੀਏ ਮਾਨਸੇ, ਨਾਂ ਵੀ ਪੁੱਛਿਆ ਨਹੀਂ? ਤੇਰੇ ਕੋਲ ਕੋਈ ਮਾਇਆ ਧਰ ਗਿਆ ਤੇ ਤੈਂ ਉਹਦਾ ਨਾਮ ਤੱਕ ਨਹੀਂ ਪੁੱਛਿਆ? ਕਹਿੰਦੀ ਇੱਕ ਗੱਲ ਹੈ, ਉਹਨੇ ਇੱਕ ਨਿਸ਼ਾਨੀ ਦੱਸੀ ਹੈ ਆਪਦੀ। ਕੀ ਦੱਸੀ ਹੈ? ਕਹਿੰਦੀ ਐਂ ਕਹਿੰਦਾ ਸੀ ਵੀ ਮੈਂ ਉਹ ਵਿਦਿਆਰਥੀ ਹਾਂ ਜਿਹਦੇ ਮੂੰਹ ਤੇ ਪੰਡਿਤ ਜੀ ਨੇ ਸਿਆਹੀ ਦੀ ਲਵੇੜ ਕੇ ਕਲਮ ਪੋਚਤੀ ਸੀ। ਬਸ ਫਿਰ ਨੇਤਰਾਂ ਚੋਂ ਹੰਝੂ ਚੱਲ ਪਏ, ਵੈਰਾਗ ਆ ਗਿਆ, ਤਾਹਾਂ ਮਾਰ ਮਾਰ ਕੇ ਰੋਣ ਲੱਗ ਪਏ, ਉੱਚੀ ਉੱਚੀ ਕਹਿਣ ਲੱਗੇ, ਪਿਆਰੀਏ ਇਹ ਤਾਂ ਮੇਰੇ ਭਗਵਾਨ ਸੀ। ਮੈਂ ਐਡਾ ਪਾਪੀ ਸ਼ੰਕਿਆ ਕਰ ਬੈਠਿਆ ਭਗਵਾਨ ਦੇ ਵਚਨਾਂ ਤੇ। ਮੈਂ ਝੂਠ ਕਹਿ ਬੈਠਿਆ, ਮਿਥਿਆ ਕਹਿ ਦਿੱਤਾ, ਕਲਮ ਫੇਰ ਦਿੱਤੀ, ਵਚਨ ਮੇਟ ਦਿੱਤਾ ਸ਼੍ਰੀ ਗੀਤਾ ਦਾ। ਮਨ 'ਚ ਵੈਰਾਗ ਆ ਗਿਆ, ਔਰ ਮਨ ਇੱਥੇ ਆ ਗਿਆ ਕਿ ਜਿੰਦਾ ਜਲ ਕੇ ਸੜੂੰਗਾ, ਚਿਖਾ ਤੇ ਚੜ੍ਹ ਕੇ ਪਛਚਾਤਾਪ ਕਰੂੰਗਾ। ਹੱਥੀਂ ਚਿਖਾ ਚਣ ਲਈ ਲੱਕੜਾਂ ਇਕੱਠੀਆਂ ਕਰਕੇ ਇਕਾਂਤ ਵਿੱਚ ਚਲੇ ਗਏ। ਤੇ ਪਿੱਛੇ ਪਿੱਛੇ ਪੰਡਤਾਣੀ ਉਹ ਕਹਿੰਦੀ, ਮਹਾਰਾਜ ਜਿੱਥੇ ਤੁਸੀਂ ਉੱਥੇ ਮੇਰਾ ਸਵਰਗ। ਇਹ ਸਤਿਆਵਾਨ ਲੋਕਾਂ ਲਈ ਗੱਲਾਂ ਨੇ। ਜਿਹੜੀ ਇਸਤਰੀ ਆਪਣੇ ਪਤੀ ਨੂੰ ਹੀ ਰੱਬ ਕਰਕੇ ਪੂਜੇ, ਉਹਨੂੰ ਦੂਜੇ ਕਿਸੇ ਰੱਬ ਦੀ ਲੋੜ ਨਹੀਂ। ਜਿਹੜੀ ਧੀ ਆਪਣੇ ਪਿਓ ਨੂੰ ਜਿੰਨਾ ਚਿਰ ਕੁਆਰੀ ਹੈ, ਆਪਣੇ ਪਿਓ ਨੂੰ ਆਪਣਾ ਰੱਬ ਜਾਣੇ, ਔਰ ਉਹਦੀ ਪੱਗ ਨੂੰ ਪੱਗ ਨਾ ਸਮਝੇ, ਰੱਬ ਦੀ ਤਾਜ ਸਮਝੇ। ਵੀ ਪ੍ਰਮਾਤਮਾ ਦੀ ਪੱਗ ਨੂੰ ਦਾਗ ਲਾਤਾ ਜਿਹੋ ਜਿਹਾ ਪਿਤਾ ਦੀ ਨੂੰ ਲਾਤਾ, ਇੱਕ ਬਰਾਬਰ। ਇਹ ਸ਼ਾਸਤਰ ਦਾ ਵਚਨ ਹੈ। ਨਿਆਏ ਸ਼ਾਸਤਰ ਵਿੱਚ ਰਿਸ਼ੀ ਗੌਤਮ ਜੀ ਮਹਾਰਾਜ ਦਾ ਵਚਨ ਹੈ ਕਿ ਕੰਨਿਆ ਦਾ ਰੱਬ ਉਹਦਾ ਪਿਤਾ ਹੈ ਤੇ ਵਿਆਹਤਾ ਦਾ ਰੱਬ ਉਹਦਾ ਪਤੀ ਹੈ, ਔਰ ਪੁੱਤ ਦਾ ਰੱਬ ਉਹਦੀ ਮਾਂ ਹੈ। ਜਿਹਦੀ ਮਾਂ ਰੁਲਦੀ ਫਿਰਦੀ ਆ, ਉਹਨੂੰ ਜੱਗ ਕਰਿਆ ਕਿਸੇ ਕੰਮ ਨਹੀਂ ਆਏਗਾ। ਇਹ ਬਚਨ ਨੇ, ਔਰ ਅਸੀਂ ਇਹਨਾਂ ਤੋਂ ਫਿਰ ਗਏ। ਮਿੱਤਰ ਦਾ ਰੱਬ ਮਿੱਤਰ ਹੁੰਦਾ ਜੇ ਉਹਦੇ ਨਾਲ ਧੋਖਾ ਨਾ ਕਰੇ। ਕਈ ਬਚਨ ਸ਼ਾਸਤਰ ਵਿੱਚ ਇਸ ਤਰ੍ਹਾਂ ਦੇ ਨੇ, ਬੜੀ ਗੰਭੀਰਤਾ ਨਾਲ ਕਿਤੇ ਸਮਾਂ ਬਣਿਆ, ਖੁੱਲ੍ਹ ਕੇ ਵਿਚਾਰਨ ਵਾਲੇ ਨੇ। ਉਹ ਕਹਿਣ ਲੱਗੀ, ਤੂੰ ਹੀ ਮੇਰਾ ਰੱਬ ਹੈ, ਜੇ ਤੂੰ ਚਿਖਾ ਤੇ ਚੜ੍ਹੇਗਾ ਤੇਰੇ ਨਾਲ ਹੀ ਮੈਂ ਸੜੂੰਗੀ, ਇਕੱਲੀ ਨਹੀਂ ਮੱਚਣ ਦਿੰਦੀ। ਚਿਖਾ ਚਣ ਲਈ ਜਦ ਪੰਡਿਤ ਜੀ ਅੱਗ ਲਾ ਕੇ ਚਿਖਾ ਵਿੱਚ ਚੜ੍ਹਨ ਲੱਗੇ ਤੇ ਪਿੱਛੇ ਪਿੱਛੇ ਪੰਡਤਾਣੀ ਕਹਿੰਦੇ ਫਿਰ ਭਗਵਾਨ ਨੂੰ ਪ੍ਰਗਟ ਹੋਣਾ ਪਿਆ। ਸਾਹਮਣੇ ਹੋ ਕੇ ਅਗਨੀ ਸ਼ਾਂਤ ਕਰ ਦਿੱਤੀ, ਔਰ ਕਿਹਾ, ਪੰਡਿਤ ਜੀ ਮੇਰੇ ਤੇ ਭਰੋਸਾ ਨਹੀਂ ਹੈ, ਤੈਨੂੰ ਮੈਂ ਮੱਚਣ ਦੇ ਦੂੰਗਾ। ਮਹਾਰਾਜ ਪਛਚਾਤਾਪ ਕਰਦਾ, ਥੋੜੀ ਅਵਗਿਆ ਕਰ ਦਿੱਤੀ, ਤੁਹਾਡੇ ਬਚਨਾਂ ਤੇ ਭਰੋਸਾ ਨਾ ਰਹਿ ਸਕਿਆ। ਭਗਵਾਨ ਕਹਿੰਦੇ, ਕੋਈ ਗੱਲ ਨਹੀਂ, ਵੱਡੇ ਵੱਡਿਆਂ ਦਾ ਡੋਲ ਜਾਂਦਾ, ਤੈਂ ਤਾਂ ਬਹੁਤ ਚਿਰ ਰੱਖਿਆ ਹੈ, ਮੇਰੇ ਤੇ ਤਾਂ ਥੋੜਾ ਚਿਰ ਵੀ ਨਹੀਂ ਦੁਨੀਆ ਰੱਖਦੀ। ਭੁੱਲਾਂ ਹੋ ਜਾਂਦੀਆਂ ਨੇ ਤੇ ਭੁੱਲਾਂ ਬਖਸ਼ੀਆਂ ਵੀ ਜਾਂਦੀਆਂ ਨੇ। ਤੈਂ ਤਾਂ ਬਹੁਤ ਸਮਾਂ ਕੱਟਿਆ, ਇੱਥੇ ਦੁਨੀਆ ਥੋੜਾ ਸਮਾਂ ਵੀ ਨਹੀਂ ਕੱਟਦੀ। ਤੇਰਾ ਭਰੋਸਾ ਡਿੱਗਣ ਲੱਗਿਆ ਸੀ, ਅਸੀਂ ਰੱਖਣ ਆ ਗਏ। ਤੇਰੇ 'ਚ ਸੰਤੋਖ ਹੈ, ਤੇਰੇ 'ਚ ਦਇਆ ਹੈ, ਤੇਰੇ 'ਚ ਧਰਮ ਹੈ,
तेरे वर्गे भगतां नूं तां मैं भालदा फिरदा है, तू अपने आप नूं खत्म ना कर। जा जा के विद्या पढ़ाया कर गरीबां दे बच्चियां नूं, ड्यूटी लाती भगवान ने, मैं तेरे नाल हाँ। हुण सानूं भरोसे दी लोड़ है कि परमात्मा साडे नाल है। नाले उहदे घर विच की तोड़ है, खबर है किहदे विच दी बस के आ जे। देंदियां तोट ना आवई अगंत भरे भंडार, दैणहार सद जीवन हारा। साडे जीवन जिहने दिता है, उस जीवन की पालना भी उही करूगा। पर महाराज कहंदे असीं उहनूं भुल गए, साडे उत्ते असर हो गया भी मैं ही करदा, भुल गए परमात्मा नूं। तो इसे करके बाणी नूं कहना पिया, मन मूर्ख क्यों ताहे विसारा। जिहड़ा तैनूं जीवन देण वाला है, जिहड़ा तेरे जीवन नूं रखण वाला है, तू उसे नहीं भुलिया फिरदा, तू मूर्ख है। बाणी दा बचन है, करड़ा जा भी बचन किते कहना पैंदा। जिवें जिहड़ा डॉक्टर तो रोग कटाउणा होवे, उहदियां कौड़ियां मिठियां गोलियां सारियां ही खाणियां पैंदियां ने, जिही जी दे देवे। गुरु साडे हौमे दा रोग कटदा है, साडे जन्म मरण दे बंधन कटदा है। गुरु दा करड़ा बचन भी हुंदा है, ओए मूर्ख है तू जे रब नूं भुलिया होया। मूर्ख महाराज कहंदे मन नूं समझा, क्यों मूर्ख हो के उहनूं भुलिया फिरदा है। फिर सतगुर कहंदे दोष नाहीं काहू को मीता, माया मोह बंध प्रभ कीता। किसे नूं दोष ना दिया कर, मैनू फलाणे ने मारे। अकाल पुरख वाहिगुरू दे सारे माया दे बंधन विच बन्ने होए ने, सारियां नूं बंधन विच बंधिया होए। किसे दा दोष नहीं, पर जिहड़ा इस बंधन नूं कट दिंदा है, उहदा नाम जपदा है, भरोसा रखदा है, ਉਹਦੇ दुख दर्द ਤਾਂ फिर आप ਵੰਡਾਉਣ ਆਉਂਦਾ है। दर्द निवारे जाके आपे, नानक ते ते गुरमुख ਧਰਾਪੇ। ਜਿਹੜਾ ਆਪਣੇ ਭਗਤਾਂ ਨੂੰ ਆਪ ਧਰਵਾਸ ਦਿੰਦਾ ਹੈ, ਆਪਣੇ ਭਗਤਾਂ ਦੇ ਦੁੱਖ ਦਰਦ ਕਲੇਸ਼ ਆਪ ਕੱਟਦਾ ਹੈ। ਧੰਨ ਗੁਰੂ अर्जन कहते तैनू भरोसा रखण की लोड़ है, वो दूर नहीं है, नेड़े ही है। ओदी निगाह तो कुछ लुकिया नहीं है, सब कुछ देख रहा है। धन पंजवें पातशाह महाराज सानू इन्हां बचनां द्वारा समझाउंदे ने। आओ सतगुरु जी दे पवित्र चरनां दा ध्यान धरीए। इत्थे ही रसना नूं विराम ला के पावन सलोक पढ़ के लोक सुखीए प्रलोक सुहेले बनाइए। सारी संगत सतगुरु दे पवित्र चरनां नाल जुड़ना करया करो। इन्हां वचनां नूं अपने जीवन विच धारन है। ये कल्ले पढ़ के ते सुन के छड्डण वालियां गल्लां नहीं, ये जिंदगी च अपनाउण वालियां बातां ने। इसलिए जिन्ना को हो सके भाई, ये जीवन गुरु दा बख्शिया होया है, इस जीवन नूं गुरु दे लेखे लाउंदे जाओ। ज्यों ज्यों क्यों नेड़े तो सारे ही पता नहीं कदों लग जाने, ते हर वक्त हर छिन हर पल घाटे रहा, वध नहीं रहे आपां। इसलिए भाई ये शरीर मुके उदों पहला पहला ये जीवन गुरु दे लेखे लगना चाहिए। इन्नी क बेनतियां मंजूर। आओ पावन पवित्र श्लोक पढ़ के करो रसना पावन। श्लोक पावन गुरु पाणी पिता, माता धरत महता। दिवस रात दुई दाई दाया, खेल सगल जगत। चंगियाइयां बुरियाइयां, बाचै धर्म हदूर। करमी आपो अपनी, के नेड़े के दूर। जिनी नाम ध्याया, गए मसकत काल। नानक ते मुख उजले, केती छुट्टी नाल।
ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।